ਤੁਸੀਂ ਇਮੈਜਿਨ ਕਰੋ 4 ਸਾਲ ਦੇ ਬੱਚੇ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਖੋਹ ਲਿਆ ਜਾਂਦਾ ਵਾ ਕਿ ਤੁਸੀਂ ਚੰਗੇ ਮਾਂ ਪਿਓ ਨਹੀਂ ਤੇ ਉਹ ਬੱਚਾ ਕਦੇ ਨਹੀਂ ਆਊਗਾ। ਕਿ ਅਸੀਂ ਬਾਹਰੋਂ ਆ ਕੇ ਇਮੀਗ੍ਰੈਂਟ ਇੱਥੇ ਬਰਾਬਰੀ ਮੰਗਦੇ ਆ ਤੇ ਇਹਨਾਂ ਨੂੰ ਮਿਲੀ ਨਹੀਂ। ਕਿ ਇਹਨਾਂ ਤੋਂ ਦੂਰ ਰਹਿਣਾ, ਇਹ ਫ੍ਰੀ ਲੋਡਰ ਨੇ, ਇਹਨਾਂ ਨੂੰ ਪੈਸੇ ਸਰਕਾਰ ਉੱਦਾਂ ਹੀ ਦੇਈ ਜਾਂਦੀ ਆ। ਸਰਕਾਰ ਉੱਦਾਂ ਪੈਸੇ ਨਹੀਂ ਦੇ ਰਹੀ, ਜਿਹੜੀ ਇਹਨਾਂ ਦੀ ਲੈਂਡ ਇੰਡਾਊਮੈਂਟ ਦੇ ਵਿੱਚ ਆ ਸਰਕਾਰ ਕੋਲ, ਉਹਦੇ ਪੈਸੇ ਦੇ ਰਹੀ। ਟੈਕਸ ਨਹੀਂ ਦਿੰਦੇ। ਚੌਥੇ ਤਾਂ ਸ਼ਰਾਬੀ ਨੇ, ਇਹ ਤਾਂ ਡਾਊਨਟਾਊਨ ਨਾਲ ਲਿਟੇ ਪਏ ਨੇ। ਇਹ ਲਿਟੇ ਲੋਕ ਨਹੀਂ ਸੀ, ਇਹ ਇੱਕ ਵਾਰੀਅਰ ਕੌਮ ਸੀ। ਇਹਨਾਂ ਦੀ ਹਿਸਟਰੀ ਪੜ੍ਹੀਏ, ਬਿਲਕੁਲ ਪੰਜਾਬੀਆਂ ਵਰਗੀ ਹਿਸਟਰੀ ਆ। ਵਾਰੀਅਰ ਕੌਮ, ਰੱਬ ਦੇ ਨੇੜੇ। ਉਹਨਾਂ ਦੇ ਫਰਸਟ ਨੇਸ਼ਨ ਦੇ ਲੰਬੇ ਬਾਲ ਹੁੰਦੇ ਆ ਜਿੱਦਾਂ ਆਪਣੇ ਨੇ, ਉਹਦਾ ਇੱਕ ਸਿਗਨੀਫਿਕੈਂਸ ਆ। ਨੋਰਮਲੀ ਉਹ ਉਦੋਂ ਕਟਾਉਂਦੇ ਜਦ ਉਹਨਾਂ ਦਾ ਕੋਈ ਬਹੁਤ ਨੇੜਲਾ ਜਿਹਦੇ ਨਾਲ ਸਪਿਰਿਚੁਅਲ ਕਨੈਕਸ਼ਨ ਉਹ ਮਰ ਜੇ। ਮਾਂ ਵੀ, ਭੈਣ ਵੀ, ਭਰਾ ਕੁਛ ਵੀ ਹੋ ਸਕਦਾ। ਬੱਚਿਆਂ ਨੂੰ ਪਹਿਲੀ ਗੱਲ ਇਹ ਕੀਤੀ ਜਾਂਦੀ ਜਦੋਂ ਪੜ੍ਹਦੇ ਸੀ, ਉਹਨਾਂ ਦੇ ਬਾਲ ਕੱਟ ਕੇ ਉਹਨਾਂ ਦੇ ਸਾਹਮਣੇ ਗਾਰਬੇਜ ਵਿੱਚ ਸੁੱਟ ਦਿੱਤੇ ਜਾਂਦੇ। ਜਿਹੜੇ ਬੱਚੇ ਸਕੂਲ ਜਾਂਦੇ ਸੀ ਤੇ ਉਹਨਾਂ ਤੋਂ ਜੇ ਜ਼ਬਾਨ ਬੋਲੀ ਜਾਂਦੀ ਸੀ ਤਾਂ ਉਹਨਾਂ ਨੂੰ ਸੋਪ ਖਵਾਇਆ ਜਾਂਦਾ ਸੀ ਕਿ ਜਿਹੜਾ ਆਪਾਂ ਬ੍ਰਸ਼ ਸਕਰਬ ਕਰੀਦਾ, ਸਕਰਬ ਕਰਕੇ ਉਹਨਾਂ ਦੀ ਜੀਭ ਸਕਰਬ ਕੀਤੀ ਜਾਂਦੀ ਸੀ। ਉਹਦੀ ਬੇਸਮੈਂਟ ਦੇ ਵਿੱਚ ਕਮਰਾ ਵਾ, ਕਾਲਾ ਕਮਰਾ, ਜਿੱਥੇ ਬੱਚਾ ਗਲਤੀ ਕਰਦਾ ਹੀ ਉਹਨੂੰ ਉੱਥੇ ਬੰਦ ਕਰ ਦਿੱਤਾ ਜਾਂਦਾ। 4 ਸਾਲ ਦੇ 5 ਸਾਲ ਦੇ ਬੱਚੇ ਨੂੰ ਅੱਜ ਵੀ ਬੱਚਿਆਂ ਨੇ ਉੱਥੇ ਸਕ੍ਰੈਚ ਨਾਮ ਦੇ ਨਾਮ ਲਿਖੇ ਹੋਏ ਆ। ਨੇਰਾ ਹੀ ਨੇਰਾ। ਛੋਟੀ ਜਿਹੀ ਬੱਚੀ ਘਰੇ ਆਉਂਦੀ ਆ, ਮਾਂ ਨੂੰ ਕਹਿੰਦੀ ਮੈਂ ਵਾਪਸ ਨਹੀਂ ਜਾਣਾ। ਮਾਂ ਕਹਿੰਦੀ ਕਿਉਂ? ਮੈਂ ਵਾਪਸ ਨਹੀਂ ਜਾਣਾ। ਉਹ ਕਹਿੰਦੀ ਦੱਸ ਤਾਂ ਸਹੀ, ਮੇਰੇ ਨਾਲ ਸੈਕਸ਼ੂਅਲ ਅਬਿਊਜ਼ ਹੋਇਆ। ਮਾਂ ਰੋਣ ਲੱਗ ਜਾਂਦੀ ਹੈ, ਕਹਿੰਦੀ ਸਕੂਲ 'ਚ ਮੈਂ ਭੇਜਿਆ ਹੀ ਤੈਨੂੰ ਵੀ ਸ਼ਾਇਦ ਤੇਰੇ ਨਾਲ ਉਹ ਨਾ ਹੋਵੇ ਜੋ ਮੇਰੇ ਨਾਲ ਹੋਇਆ। ਇਹਨਾਂ ਦਾ ਇਹੀ ਕਹਿਣਾ ਵਾ ਕਿ ਜਿਹੜਾ ਇੱਕ ਟਰਾਮਾ ਹੈ, ਇਹ ਸਿਰਫ ਸਾਡਾ ਨਹੀਂ, ਅਸੀਂ ਜਿਹੜੇ ਨਵੇਂ ਆ ਰਹੇ ਆ ਇੱਥੇ ਨਿਊ ਕਮਰਸ, ਅਸੀਂ ਉਹਨਾਂ ਤੋਂ ਇਹ ਆਸ ਕਰਦੇ ਹਾਂ, ਉਹਨਾਂ ਤੋਂ ਮੰਗਦੇ ਹਾਂ ਕਿ ਉਹ ਸਾਡੇ ਨਾਲ ਖੜਨ, ਮੋਢੇ ਨਾਲ ਮੋਢਾ ਲਾ ਕੇ ਖੜਨ, ਸਾਡੀ ਜੋ ਪੇਨ ਆ ਉਹਨੂੰ ਸਮਝਣ। ਪ੍ਰੋਗਰਾਮ ਰੋਸ਼ਨੀ ਦੇ ਵਿੱਚ ਅੱਜ ਬਹੁਤ ਅਹਿਮ ਗੱਲਬਾਤ ਜਿਹੜੀ ਆਪਣੇ ਸੁਣਨ ਵਾਲਿਆਂ ਲਈ ਸਾਂਝੀ ਕਰਨੀ ਹੈ। ਅਸੀਂ ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਇਸ ਵਿਸ਼ੇ ਤੇ ਗੱਲ ਕਰਨ ਦਿਆਂ। वो वक्त भी देखा है तवारीख की आंखों ने, वो वक्त भी देखा है तवारीख की आंखों ने, लम्हों ने खता की और सदियों ने सज़ा पाई। मैं गल कर रही हाँ इंडिजनस भाईचारे के संदर्भ दे विच। तुहानूं पता है कि ये 30 तरीक जिहड़ी है वो किहड़ा दिवस मनाउण वास्ते मुकर्रर कीती गई है। ते पिछले साल तो कनेडियन गवर्नमेंट ने 30 सतंबर नूं ਨੈਸ਼ਨਲ ਡੇ ਆਫ ਟਰੂਥ ਐਂਡ ਰੀਕਨਸੀਲੀਏਸ਼ਨ ਦੇ ਤੌਰ 'ਤੇ ਓਬਜ਼ਰਵ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਫੈਡਰਲੀ ਰੈਗੂਲੇਟਡ ਹੈ ਔਰ ਇਸੇ ਕਰਕੇ ਹੀ ਅਸੀਂ ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ। ਸਾਡੇ 'ਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਜੇ ਅਸੀਂ ਕਹਿੰਦੇ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸੀਲੀਏਸ਼ਨ ਤਾਂ ਇਹਦਾ ਮਤਲਬ ਕੀ ਹੈ। ਅਸੀਂ ਕੈਨੇਡਾ ਨੂੰ ਆਪਣਾ ਦੇਸ਼ ਚੁਣਿਆ, ਅਸੀਂ ਇਮੀਗ੍ਰੈਂਟ ਪੋਪੂਲੇਸ਼ਨ ਨੂੰ ਬਿਲੋਂਗ ਕਰਨ ਵਾਲੇ ਹਾਂ, ਤਾਂ ਕੀ ਸਾਨੂੰ ਇਹ ਪਤਾ ਨਹੀਂ ਹੋਣਾ ਚਾਹੀਦਾ ਕਿ ਇੱਥੇ ਦੇ ਮੂਲ ਨਿਵਾਸੀ ਕਿਹੋ ਜਿਹੇ ਨੇ ਇਹ, ਅਤੇ ਉਹਨਾਂ ਨੂੰ ਕਿਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਆ ਕਿੰਨੇ 100 ਸਾਲ ਪਹਿਲਾਂ ਤੋਂ। ਅਤੇ ਈਵਨ ਅੱਜ ਤੱਕ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਢੱਕੀਆਂ ਰੱਖੀਆਂ ਗਈਆਂ, ਪਰ ਕਿ ਪਿਛਲੇ ਕੁਝ ਸਾਲਾਂ ਤੋਂ ਜਦੋਂ ਸਾਨੂੰ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਬਈ ਅਨਮਾਰਕਡ ਗ੍ਰੇਵਸ ਜਿਹੜੀਆਂ ਹੈ ਉਹ ਬੱਚਿਆਂ ਦੀਆਂ ਪਾਈਆਂ ਗਈਆਂ, ਕੰਕਾਲ ਬੱਚਿਆਂ ਦੇ ਲੱਭੇ ਗਏ। ਉਹ ਕਿਹੜੇ ਸਕੂਲ ਸੀ ਜਿੱਥੇ ਬੱਚਿਆਂ ਨੂੰ ਦਬਾ ਦਿੱਤਾ ਜਾਂਦਾ ਸੀਗਾ? ਅਜਿਹੀਆਂ ਕਿਹੜੀਆਂ ਪੜ੍ਹਾਈਆਂ ਸੀ ਜਿਹੜੀਆਂ ਕਰਾਉਣ ਵਾਸਤੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਸ ਦੇ ਵਿੱਚ ਧੱਕੇ ਨਾਲ ਪਾਇਆ ਗਿਆ? ਅਤੇ ਉਹ ਰੈਜ਼ੀਡੈਂਸ਼ੀਅਲ ਸਕੂਲਸ ਸਿਰਫ ਇੰਡੀਜਨਸ ਪਾਪੂਲੇਸ਼ਨ ਦੇ ਬੱਚਿਆਂ ਨੂੰ ਕਿਉਂ ਲੈ ਕੇ ਜਾਂਦੇ ਰਹੇ? ਇਹੀ ਡੇ ਜਿਹੜਾ ਹੈ ਸੈਪਟੈਂਬਰ 30 ਮਾਰਕਸ ਦ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸੀਲੀਏਸ਼ਨ, ਤਾਂ ਕਿ ਉਹਨਾਂ ਬੱਚਿਆਂ ਨੂੰ ਔਨਰ ਕੀਤਾ ਜਾ ਸਕੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ ਜਿਹੜੇ ਸਕੂਲ ਤਾਂ ਗਏ, ਉੱਥੇ ਰਹਿਣ ਗਏ, ਉੱਥੇ ਪੜ੍ਹਾਈ ਕਰਨ ਗਏ, ਪਰ ਕਦੇ ਵਾਪਸ ਮੁੜ ਕੇ ਨਹੀਂ ਆਏ। ਕਦੇ ਨਹੀਂ ਉਹ ਆਪਣੇ ਮਾਪਿਆਂ ਨੂੰ ਵਾਪਸ ਆ ਕੇ ਮਿਲੇ। ਧੱਕੇਸ਼ਾਹੀ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਘਰਾਂ ਤੋਂ, ਉਹਨਾਂ ਦੇ ਪਰਿਵਾਰਾਂ ਤੋਂ ਦੂਰ ਕੀਤਾ ਜਾਂਦਾ ਸੀਗਾ, ਇਹ ਕਹਿ ਕੇ ਕਿ ਬਈ ਇਹਨੂੰ ਅਸੀਂ ਅੱਛੇ ਤਰੀਕੇ ਦਾ ਆਧੁਨਿਕ ਜ਼ਮਾਨੇ ਦਾ ਬਣਾਉਣਾ ਆ। ਉਹਨਾਂ ਨੂੰ ਉਹਨਾਂ ਦੀ ਸੰਸਕ੍ਰਿਤੀ ਤੋਂ ਵੀ ਦੂਰ ਕਰ ਦਿੱਤਾ ਗਿਆ। And this is the time to honor survivors of residential schools as well, and also their families and communities. Public commemoration of the tragic and painful history and ongoing impacts of residential schools is vital component of the reconciliation process, ਜਿਹਨੂੰ ਕਿ ਸਰਕਾਰ ਜਿਹੜੀ ਹੈ ਹਰ ਪੱਧਰ ਦੀ ਹੀ ਪਛਾਣਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਨਾਲ ਫੋਨ ਲਾਈਨ 'ਤੇ ਸ਼ਾਮਿਲ ਹੋਣਗੇ ਮੈਰਿਲਿਨ ਨੌਰਥ ਪੈਗਨ, ਜਿਹੜੇ ਕਿ ਵੈਟਰਨ ਨੇ ਐਂਡ ਬਲੈਕਫੁੱਟ ਵੂਮਨ ਨੇ from Piikani Nation. She is very active advocate in the community. She is with us over the phone and I'm honored to have her on my show. Marilyn, welcome. Good afternoon.
Good afternoon. Thank you for having me. You're most welcome. We honor this day, and please take us through the relevance of truth and reconciliation. Sure. First of all, my job in the community, I'm a resolution health support worker, and my position was actually a result from the Indian residential school settlement out in 2006. So I actually work with survivors and their families from residential schools on a full-time basis. But this has actually filtered into my work with the city council as well. But to go back, the significance of the day, we have to look at Phyllis Jack Webstat's story, which actually brought about the orange shirt. And she was the one who introduced us to the story about the orange shirt when she had it taken away on her first day at residential school. So, that's a very big significance in her story, because that's a story that actually resonates across Canada with our survivors, our families, and our intergenerational. For myself, you got to understand, the last residential school closed in 1996. Yes. So when I hear people say it's ancient history, it's actually not. So, we have to look back, and this one day is actually not sufficient for us to bring about true reconciliation in the long run. So this is a very significant day for the entire community. We are trying to bring about a resolution where Canada is for everybody, and right now under the current systems, it's not there. That's right. Marilyn, along with you, we have Raj Taliwala as well joined in the studio. So I would like to welcome him as well. Raj, welcome. Thank you for having me. ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ good afternoon and hi Marilyn. Hi, how are you? I'm good, thanks. How are you? Oh, I'm good. I'm hanging out in Edmonton today. Great. ਰਾਜ ਧਾਲੀਵਾਲ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਆਪਣੇ ਰੈਪਰੈਜ਼ੈਂਟੇਟਿਵ ਨੇ ਫਰੋਮ ਵਾਰਡ 5 ਐਂਡ ਸਾਡੇ ਕਾਉਂਸਲਰ ਨੇ ਇਨ ਦ ਸਿਟੀ। ਇਹ ਸਾਡੇ ਨਾਲ ਮੈਰਿਲਿਨ ਦੀ ਇੰਟਰੋਡਕਸ਼ਨ ਤਾਂ ਕਰਾਉਣਗੇ, ਨਾਲ ਅਸੀਂ ਇਹਨਾਂ ਤੋਂ ਵਿਸਥਾਰ ਦੇ ਵਿੱਚ ਜਾਣਕਾਰੀ ਪੰਜਾਬੀ ਦੇ ਵਿੱਚ ਹਾਸਲ ਕਰਾਂਗੇ। ਸੋ ਮੈਰਿਲਿਨ, ਰਾਜ ਵਿਲ ਆਲਸੋ ਟਰਾਂਸਲੇਟ ਵਾਟ ਯੂ ਆਰ ਸੇਇੰਗ। ਸੋ ਯੋਰ ਫਰਸਟ ਇਨੀਸ਼ੀਅਲ ਵਰਡਸ, ਰਾਜ। Yeah, no, thank you Marlene for making time. ਜਿੱਦਾਂ ਇਹਨਾਂ ਨੇ ਕਿਹਾ, Marlene ਜਿਹੜੇ ਨੇ ਇਹ ਕੈਲਗਰੀ ਪੁਲਿਸ ਕਮਿਸ਼ਨ ਦੇ ਵੀ ਮੈਂਬਰ ਨੇ, ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਜਦੋਂ, ਤੇ ਕਹਿੰਦੇ ਕਿ ਮੈਂ ਐਡਮਿੰਟਨ 'ਚ ਹੋਣਾ, ਪਰ ਮੈਂ ਆਈ ਵਿਲ ਡੈਫੀਨਿਟਲੀ ਕਮ ਬਿਕਾਜ਼ ਇਟਸ ਨੀਅਰ ਐਂਡ ਡੀਅਰ ਟੂ ਹਰ ਹਾਰਟ। ਤੇ ਜਿੱਦਾਂ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਔਰੇਂਜ ਸ਼ਰਟ ਡੇ ਆ, ਇੱਕ ਦਿਨ ਦਾ ਨਹੀਂ ਹੋਣਾ ਚਾਹੀਦਾ, ਇਹ ਇੱਕ ਜਰਨੀ ਆ, ਤੇ ਇਹ ਤਾਂ ਅਸੀਂ ਐਵਰੀ ਡੇ ਮਾਈਂਡਫੁਲ ਰਹਿਣਾ ਚਾਹੀਦਾ ਇਹਦਾ। ਜਿੱਦਾਂ ਇਹ ਔਰੇਂਜ ਸ਼ਰਟ ਡੇ ਇਹਨਾਂ ਨੇ ਦੱਸਿਆ ਕਿ ਜਿਨ੍ਹਾਂ ਦਾ ਨਾਂ ਲਿਆ ਕਿ ਉਹ ਪਹਿਲੀ ਵਾਰ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਗਏ ਸੀ ਤਾਂ ਉਹ ਔਰੇਂਜ ਸ਼ਰਟ ਡੇ ਪਾ ਕੇ ਗਏ ਸੀ, ਇਹਦਾ ਸਿਗਨੀਫਿਕੈਂਸ ਇਹ ਆ। ਤੇ ਜਿੱਦਾਂ ਆਪਾਂ ਕਈ ਵਾਰ ਕਹਿ ਦਿੱਤਾ ਕਿ ਇਹ ਤਾਂ ਜੀ ਇਤਿਹਾਸਕ ਗੱਲ ਆ ਨਾ, ਲਾਸਟ ਰੈਜ਼ੀਡੈਂਸ਼ੀਅਲ ਸਕੂਲ 1996 'ਚ ਬੰਦ ਹੋਇਆ। ਸੋ ਮੈਂ 94 'ਚ ਇੱਥੇ ਆਇਆ ਵਾਂ, ਸੋ ਮੇਰੇ ਆਉਣ ਤੋਂ ਬਾਅਦ ਉਹ ਬੰਦ ਹੋਇਆ ਵਾ। ਸੋ ਇਹ ਗੱਲ ਕੱਲ੍ਹ ਦੀ ਆ, ਅਤੇ ਇਹ ਅਸੀਂ ਇੱਕ ਜਰਨੀ 'ਤੇ ਚੱਲੇ ਹਾਂ। ਅਤੇ ਮੈਂ ਸੁਣਨ ਵਾਲਿਆਂ ਨੂੰ ਦੱਸ ਦੇਵਾਂ ਕਿ ਜਿਹੜਾ ਪਹਿਲਾ ਰੈਜ਼ੀਡੈਂਸ਼ੀਅਲ ਸਕੂਲ ਖੁੱਲ੍ਹਾ 1828 ਦੇ ਵਿੱਚ ਖੋਲ੍ਹੇ ਗਏ ਸੀਗੇ, ਮੋਹਾਕ ਇੰਸਟੀਟਿਊਸ਼ਨ। ਉਸ ਤੋਂ ਬਾਅਦ 1930 ਦੇ ਵਿੱਚ 80 ਸਕੂਲ ਸੀ, 150 ਸਕੂਲ ਅਪਰੋਕਸੀਮੇਟਲੀ ਖੋਲ੍ਹੇ ਗਏ, ਜਿਹਦੇ ਵਿੱਚੋਂ 1.5 ਲੱਖ ਬੱਚਾ ਲੰਘਿਆ। TRC ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਰਿਪੋਰਟ ਇਹ ਕਹਿੰਦੀ ਹੈ ਕਿ 4000 ਬੱਚਾ ਅਪਰੋਕਸੀਮੇਟਲੀ ਜਿਹੜਾ ਵਾ ਉਹ ਘਰੇ ਵਾਪਸ ਨਹੀਂ ਆਇਆ। ਤੁਸੀਂ ਇਮੈਜਿਨ ਕਰੋ, 4 ਸਾਲ ਦੇ ਬੱਚੇ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਖੋਹ ਲਿਆ ਜਾਂਦਾ ਵਾ ਕਿ ਤੁਸੀਂ ਚੰਗੇ ਮਾਂ ਪਿਓ ਨਹੀਂ, ਤੇ ਉਹ ਬੱਚਾ ਕਦੇ ਨਹੀਂ ਆਊਗਾ। ਮੇਰੀਆਂ ਅੱਖਾਂ 'ਚ ਤਾਂ ਹੰਝੂ ਆ ਜਾਂਦੇ ਆ, ਇੱਕ ਵਾਰ ਅੱਖਾਂ ਮੀਟ ਕੇ 10 ਸੈਕਿੰਡ ਇਮੈਜਿਨ ਕਰੋ, ਤੇ ਰੌਂਗਟੇ ਖੜੇ ਹੋ ਜਾਂਦੇ ਨੇ। That's right. You get the goosebumps when you hear about that, Marilyn. The trauma and shock that's intergenerational. Would you like to share your opinion on that? Well, I myself am intergenerational. I caught the end of that era through the Federal Indian Day School. So the residential schools, they amalgamated into the Federal Indian Day School. Both my grandparents on both sides of my family are residential school. My parents are 60s scoop, so I'm Federal Indian Day School. My daughter, who is 16 years old now, she's the first one who is actually being raised outside of these traumatic institutions. So for her to do that, to grow up outside of that, that was something that our elders imagined when they were kids, and this is actually happening. So we have to
partake in the healing of the community as well as ourselves, and to acquire those skills and to understand what happened to us through these systems that are in place. And it's not just for us to understand ourselves, it's for new Canadians, for other communities to actually come together and stand in solidarity, knowing that this is a very deep, dark part of history, and that we all need to heal together. That's right, Raj. ਹਾਂਜੀ ਮੈਂ ਇੱਕ ਗੱਲ ਕਹਾਂ, ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਅਸੀਂ ਇਸ ਦੇਸ਼ ਨੂੰ ਸਾਰਿਆਂ ਲਈ ਬਰਾਬਰਤਾ ਮੰਨਦੇ ਹਾਂ, ਪਰ ਸਾਡਾ ਜਿਹੜਾ ਮੂਲ ਨਿਵਾਸੀ ਭਾਈਚਾਰਾ ਉਹ ਹਜੇ ਤੱਕ ਉਹਨਾਂ ਦਾ ਦੇਸ਼ ਆ ਉਹ ਸਾਡੇ ਬਰਾਬਰ ਨਹੀਂ ਆ ਸਕਿਆ। ਅਸੀਂ ਬਾਹਰੋਂ ਆ ਕੇ ਇਮੀਗ੍ਰੈਂਟ ਇੱਥੇ ਬਰਾਬਰੀ ਮੰਗਦੇ ਹਾਂ ਤੇ ਇਹਨਾਂ ਨੂੰ ਮਿਲੀ ਨਹੀਂ। ਜਿੱਦਾਂ ਇਹਨਾਂ ਨੇ ਕਿਹਾ ਇਹ ਇੱਕ ਇੰਟਰਜਨਰੇਸ਼ਨਲ ਟਰਾਮਾ ਵਾ ਜਿਹੜਾ ਇੱਕ ਜਨਰੇਸ਼ਨ ਤੋਂ ਦੂਜੇ 'ਚ ਪਾਸ ਹੁੰਦਾ, ਅਤੇ ਸਾਈਕੈਟਰਿਸਟ ਇੱਥੋਂ ਤੱਕ ਕਹਿੰਦਾ ਕਿ 7 ਜਨਰੇਸ਼ਨਸ ਤੱਕ ਉਹਦਾ ਅਸਰ ਰਹਿੰਦਾ। ਜਿੱਦਾਂ ਮੈਰਲਨ ਨੇ ਕਿਹਾ ਇਹ ਇਹਨਾਂ ਦੇ ਆਪਣੇ ਇਹ ਇੱਕ ਰੈਜ਼ੀਡੈਂਸ਼ੀਅਲ ਸਕੂਲ ਹੈਗੇ ਆ। ਫਿਰ ਉਸ ਤੋਂ ਬਾਅਦ ਅਮਾਲਗਮੇਸ਼ਨ ਹੋ ਗਈ ਸੀ ਰੈਜ਼ੀਡੈਂਸ਼ੀਅਲ ਸਕੂਲ ਦੀ ਅਤੇ ਡੇ ਸਕੂਲ ਦੀ। ਇਹ ਡੇ ਸਕੂਲ ਦੇ ਵਿੱਚ ਗਏ ਨੇ ਅਤੇ 16 ਸਾਲ ਦਾ ਇਹਨਾਂ ਦੀ ਲੜਕੀ ਆ ਜਿਹੜੀ ਹੁਣ ਇੱਕ ਨੋਰਮਲ ਸਕੂਲਿੰਗ ਲੈ ਰਹੀ ਆ। ਸੋ ਇਹ ਇਹਨਾਂ ਦਾ ਇਹੀ ਕਹਿਣਾ ਵਾ ਕਿ ਜਿਹੜਾ ਇੱਕ ਟਰਾਮਾ ਹੈ ਇਹ ਸਿਰਫ ਸਾਡਾ ਨਹੀਂ, ਅਸੀਂ ਜਿਹੜੇ ਨਵੇਂ ਆ ਰਹੇ ਆ ਇੱਥੇ ਨਿਊ ਕਮਰਸ, ਅਸੀਂ ਉਹਨਾਂ ਤੋਂ ਇਹ ਆਸ ਕਰਦੇ ਹਾਂ, ਉਹਨਾਂ ਤੋਂ ਮੰਗਦੇ ਹਾਂ ਕਿ ਉਹ ਸਾਡੇ ਨਾਲ ਖੜ੍ਹਨ, ਮੋਢੇ ਨਾਲ ਮੋਢਾ ਲਾ ਕੇ ਖੜ੍ਹਨ, ਸਾਡੀ ਜੋ ਪੇਨ ਆ ਉਹਨੂੰ ਸਮਝਣ, ਜਿਹਦੇ ਥਰੂ ਅਸੀਂ ਗਏ ਹਾਂ ਉਹਦੇ ਬਾਰੇ ਜਾਣਨ, ਤਾਂ ਹੀ ਇਹਨਾਂ ਨੂੰ ਪਤਾ ਲੱਗੂਗਾ। ਰੈਜ਼ੀਡੈਂਸ਼ੀਅਲ ਸਕੂਲ ਇੱਕ ਐਸੀ ਚੀਜ਼ ਨਹੀਂ ਸੀ ਜਿੱਥੇ ਸਕੂਲ ਦੇ ਵਿੱਚ ਬੱਚਾ ਚਲਾ ਜਾਂਦਾ ਸੀ, ਬੱਚੇ ਨੂੰ ਪੇਰੈਂਟਸ ਤੋਂ ਖੋਹ ਲਿਆ ਜਾਂਦਾ ਸੀ। 8-8, 9-9 ਸਾਲ ਬੱਚਾ ਪੇਰੈਂਟਸ ਨੂੰ ਦੇਖ ਨਹੀਂ ਸਕਦਾ ਸੀ। ਮੈਂ ਇੱਥੇ ਓਲਡ ਸਨ ਆ, ਸਿੱਖ ਨੇਸ਼ਨ 1.5 ਘੰਟਾ, ਮੈਂ ਉੱਥੋਂ ਦਾ ਟੂਰ ਸਾਰਿਆਂ ਨੂੰ ਕਹੂੰ ਮੇਰੇ ਆਫਿਸ ਨੂੰ ਕਾਂਟੈਕਟ ਕਰਿਓ, ਮੈਂ ਕਰਕੇ ਆਇਆ। ਉਹਦੀ ਬੇਸਮੈਂਟ ਦੇ ਵਿੱਚ ਕਮਰਾ ਵਾ, ਕਾਲਾ ਕਮਰਾ, ਜਿੱਥੇ ਬੱਚਾ ਗਲਤੀ ਕਰਦਾ ਹੀ ਉਹਨੂੰ ਉੱਥੇ ਬੰਦ ਕਰ ਦਿੱਤਾ ਜਾਂਦਾ 4 ਸਾਲ ਦੇ 5 ਸਾਲ ਦੇ ਬੱਚੇ ਨੂੰ। ਅੱਜ ਵੀ ਬੱਚਿਆਂ ਨੇ ਉੱਥੇ ਸਕ੍ਰੈਚ ਨਾਮ ਦੇ ਨਾਮ ਲਿਖੇ ਹੋਏ ਆ, ਨੇਰਾ ਹੀ ਨੇਰਾ। ਜਿਹੜੇ ਬੱਚੇ ਸਕੂਲ ਜਾਂਦੇ ਸੀ ਅਤੇ ਉਹਨਾਂ ਤੋਂ ਜੇ ਜ਼ਬਾਨ ਬੋਲੀ ਜਾਂਦੀ ਸੀ ਤਾਂ ਉਹਨਾਂ ਨੂੰ ਸੋਪ ਖਵਾਇਆ ਜਾਂਦਾ ਸੀ। ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਜਿਹੜਾ ਆਪਾਂ ਬਰੱਸ਼ ਸਕਰੱਬ ਕਰੀਦਾ, ਸਕਰੱਬ ਕਰਕੇ ਉਹਨਾਂ ਦੀ ਜੀਭ ਸਕਰੱਬ ਕੀਤੀ ਜਾਂਦੀ ਸੀ। ਇੱਕ ਬੱਚੇ ਨੂੰ ਉਹਨੂੰ ਬੱਚਾ ਇੰਨੀ ਭੁੱਖ ਲੱਗਦੀ ਸੀ, ਉਹਨਾਂ ਨੂੰ ਫੂਡ ਨਹੀਂ ਮਿਲਦਾ ਸੀ, ਬੱਚਾ ਰਾਤ ਨੂੰ ਉੱਠ ਕੇ ਗਿਆ, ਉਹਨੇ ਕਿਚਨ 'ਚੋਂ ਫੂਡ ਲੈ ਲਿਆ, ਉਹਨੂੰ ਕਿਹਾ ਤੂੰ ਚੋਰਾਂ, ਉਹਦੇ ਹੱਥਾਂ ਦੇ ਉੱਤੇ ਲਾਲ ਰੰਗ ਲਾ ਦਿੱਤਾ ਗਿਆ ਕਿ ਇਹ ਤੇਰੀ ਸ਼ੇਮ ਰਹੂਗੀ, ਹਮੇਸ਼ਾ ਲੋਕ ਕਹਿਣਗੇ ਤੂੰ ਚੋਰ ਆ। ਛੋਟਾ ਬੱਚਾ 5 ਸਾਲ ਦਾ, ਅਸੀਂ ਵੀ ਛੋਟੇ ਰਹੇ ਹਾਂ, ਕਈ ਵਾਰ ਸਾਡੀ ਪੀ ਨਿਕਲ ਜਾਂਦੀ ਬੈੱਡ 'ਤੇ, ਉਹ ਬੱਚਿਆਂ ਨੂੰ ਉਹ ਬੈੱਡ ਸ਼ੀਟ ਉਹਨਾਂ ਦੇ ਸਿਰ 'ਤੇ ਰਖਾਈ ਜਾਂਦੀ ਸੀ ਅਤੇ ਉਹਨਾਂ ਦੀ ਪਰੇਡ ਕਰਾਈ ਜਾਂਦੀ ਸੀ ਬ੍ਰੇਕਫਾਸਟ ਹਾਲ ਦੇ ਵਿੱਚ। ਇਹ ਸਭ ਕੁਛ ਹੋਇਆ ਜੀ। ਮੈਰਲਿਨ, continuing with the aggressive assimilation, that was kind of one of the tool for the colonization during that time. The kids that went to residential schools, as you mentioned, even your parents were there. The torture they had to go through, Raj was just mentioning about the kind of things they have to go through. It was so tough, and this is heartbreaking to know. The thing is that, do you think that legislative amendments that are being done by the parliament are enough, or we need to do more? Well, what you got to understand is that the Canadian system, the political structure, it's actually not meant for Indigenous people. It's meant to benefit a certain group of people, which is the status quo. So to use that system, we have to look at actual structural change. If you look at what we've engaged in Calgary through the Anti-Racism Forum, through actually starting to engage with changing these structures, we need to have that structural change because these systems are not in place for us. And, you know, one of the things that I always tell new Canadians is, a central unresolvable tension lies at the heart of the citizenship process. Because there is no identifying how to respect Indigenous rights, self-determination, and treaties when they are subsumed under a required allegiance to a settler state. So that's what we have to understand here. The Canadian structure, it is not the Indigenous structure. So to change that legislation policy is only the tip of the iceberg. We have to start engaging in true structural change if the status quo is going to change and benefit everybody. And we begin the conversations, and it should not just be limited for one day, but should go all across the year. Exactly. Because one day of awareness is not enough. Yeah.
You know, you look at how many structures are out there, how long of a process this has taken for us to get here. It's going to take a long time. And with Indigenous people, we talk in terms of generations. So the work I'm doing today is going to benefit. We always think 7 generations ahead. So how is that child going to benefit from the work I do today? But we have to start today, because you got to understand, we are all treaty people, and we all have an obligation to play that partnership in those treaties. Okay. So do we, I guess the ethnic media and the ethnic communities are all with you, all empowered together. Absolutely. And we have to start reading between the lines through these status quos, like our Canadian political system, because I'm going to tell you, there's a lot of things that are still hidden that I work with every day that have not reached mainstream media about what's happening in the Indigenous community right here in Alberta. Mm-hmm. Mm-hmm. All right, so we'll get you going, Marilyn. Thank you so much for your time. And we'll appreciate that when you come to Calgary, we see each other in person. I hope so. I would like to sit down and have a good conversation in person, definitely. Raj. Yeah, thank you, Marilyn. Thank you for giving your time on such a short notice. And definitely we will have a follow-up session here when you're back. No problem. ਜਦੋਂ ਕਹਿੰਦੇ ਆ ਕਿ ਇੰਡੀਜਨਸ ਲੋਕ ਅੱਛਾ ਐਬੋਰੀਜਨਲ ਉਹਦੇ ਚ ਸਟੇਰੀਓਟਾਈਪਸ ਕੁਝ ਆਪਣੇ ਜੁੜੇ ਹੁੰਦੇ ਆ ਕਿਉਂਕਿ ਇਧਰੋਂ ਉਧਰੋਂ ਸੁਣ ਲਏ ਅਸੀਂ ਆਪਣੇ ਕੰਮਾਂ 'ਚ ਇੰਨੇ ਰੁੱਝ ਗਏ ਕਿ ਮੈਨੂੰ ਜਿਹੜਾ ਪ੍ਰੋਫੈਸ਼ਨ 'ਚ ਜਿੱਥੇ ਸੈੱਟ ਹੋਏ ਉਹ ਫਿਰ ਅਸੀਂ ਸਵੇਰ ਤੋਂ ਲੈ ਕੇ ਰਾਤ ਤਾਈਂ ਕੰਮ ਕਰੀ ਜਾਂਦੇ ਘਰ ਬਣਾ ਲਏ ਗੱਡੀਆਂ ਬਣਾ ਲਈਆਂ ਬੱਚੇ ਬਣਾ ਲਏ ਬਿਲਕੁਲ ਜੀ ਦੇਖੋ ਅਸੀਂ ਉੱਥੋਂ ਆਏ ਆ ਜਿੱਥੇ ਗੁਲਾਮੀ ਦੇਖੀ ਆ ਤੇ ਕਈ ਹੁਣ ਵੀ ਕਹਿੰਦੇ ਅਸੀਂ ਗੁਲਾਮ ਆ ਚਲੋ ਉਹਦੇ ਤੇ ਆਪਾਂ ਨਹੀਂ ਗੱਲ ਕਰਾਂਗੇ ਪਰ ਇੱਥੇ ਇਹਨਾਂ ਲੋਕਾਂ ਨੇ ਹੰਢਾ ਰਹੇ ਨੇ ਕਿ ਮੈਂ ਨਹੀਂ ਸੁਣਿਆ ਸੀ ਵੀ ਜਦੋਂ ਇੱਥੇ ਗੁਲਾਮ ਸੀਗੇ ਕਿ ਮੇਰੇ ਦਾਦਾ ਜੀ ਨੂੰ ਐਂ ਕੋਈ ਚੁੱਕ ਕੇ ਲੈ ਗਿਆ ਹੋਵੇ ਜਾਂ ਉਹਨਾਂ ਦੇ ਬੱਚਿਆਂ ਨੂੰ ਜਾਂ ਮੇਰੇ ਪੇਰੈਂਟਸ ਨੂੰ ਅਸੀਂ ਇੱਥੇ ਇਹ ਸਭ ਕੁਛ ਇਹਨਾਂ ਦੇ ਨਾਲ ਹੋਇਆ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਸਟੀਰੀਓਟਾਈਪਸ ਦੇ ਦਿੱਤੇ ਜਾਂਦੇ ਮੇਰੇ ਵੀ ਸਟੀਰੀਓਟਾਈਪ ਸੀਗੇ ਆਮ ਗੋਇੰ ਟੂ ਬੀ ਵੈਰੀ ਓਨੈਸਟ ਮੈਨੂੰ ਆ ਗਏ ਜੀ ਇਹਨਾਂ ਤੋਂ ਦੂਰ ਰਹਿਣਾ ਇਹ ਫ੍ਰੀ ਲੋਡਰ ਨੇ ਇਹਨਾਂ ਨੂੰ ਪੈਸੇ ਸਰਕਾਰ ਉੱਦਾਂ ਹੀ ਦੇਈ ਜਾਂਦੀ ਆ ਸਰਕਾਰ ਉੱਦਾਂ ਪੈਸੇ ਨਹੀਂ ਦੇ ਰਹੀ ਜਿਹੜੀ ਇਹਨਾਂ ਦੀ ਲੈਂਡ ਇੰਡਾਊਮੈਂਟ ਦੇ ਵਿੱਚ ਆ ਸਰਕਾਰ ਕੋਲ ਉਹਦੇ ਪੈਸੇ ਦੇ ਰਹੀ ਆ ਤੀਜੀ ਜੀ ਇਹ ਟੈਕਸ ਨਹੀਂ ਦਿੰਦੇ ਚੌਥੇ ਤਾਂ ਸ਼ਰਾਬੀ ਨੇ ਇਹ ਤਾਂ ਡਾਊਨਟਾਊਨ ਨਾਲ ਲਿਟੇ ਪਏ ਨੇ ਇਹ ਲਿਟੇ ਲੋਕ ਨਹੀਂ ਸੀ ਇਹ ਇੱਕ ਵਾਰੀਅਰ ਕੌਮ ਸੀ ਇਹਨਾਂ ਦੀ ਹਿਸਟਰੀ ਪੜ੍ਹੀਏ ਬਿਲਕੁਲ ਪੰਜਾਬੀਆਂ ਵਰਗੀ ਹਿਸਟਰੀ ਆ ਵਾਰੀਅਰ ਕੌਮ ਰੱਬ ਦੇ ਨੇੜੇ ਨੇਚਰ ਦੇ ਨੇੜੇ ਬਹੁਤ ਤਕੜੀ ਕੌਮ ਸੀ ਇਹ ਲੋਕਾਂ ਨੂੰ ਤਾਂ ਸ਼ਰਾਬ ਤੱਕ ਨਹੀਂ ਪਤਾ ਹੀ ਜਦੋਂ ਆ ਕੇ ਜਿਹੜੇ ਕਲੋਨੀਅਲ ਪਾਵਰਸ ਨੇ ਉਹਨਾਂ ਨੇ ਇਹਨਾਂ ਨੂੰ ਸ਼ਰਾਬ ਤੇ ਲਾਇਆ ਇੰਟਰੋਡਿਊਸ ਕੀਤੀ ਐਗਜ਼ੈਕਟਲੀ ਮੈਂ ਜਦੋਂ ਸਟੀਰੀਓਟਾਈਪਸ ਸੀਗੇ ਮੇਰੇ ਤੇ ਮੈਂ ਵੀ ਸੀਗਾ ਤੇ ਪਰ ਉਸ ਤੋਂ ਬਾਅਦ ਮੈਂ ਨਾਰਥ ਈਸਟ ਫੈਮਿਲੀ ਕਨੈਕਸ਼ਨ ਦੇ ਨਾਲ ਵਲੰਟੀਅਰ ਕਰਨਾ ਸ਼ੁਰੂ ਕੀਤਾ ਉੱਥੇ ਇੱਕ ਟ੍ਰੇਨਿੰਗ ਸੀਗੀ 1 ਘੰਟੇ ਦੀ ਇੰਡੀਜਨਸ ਟ੍ਰੇਨਿੰਗ ਲੈਣੀ ਸੀ ਬੜੀ ਮੈਨੂੰ ਵੀ ਗਿਆ ਵੀ 1 ਘੰਟਾ ਵਾ ਚੈੱਕਲਿਸਟ ਆ ਹੂ ਕੇਅਰਸ ਪਰ ਜਦੋਂ ਮੈਂ ਟ੍ਰੇਨਿੰਗ ਲਈ ਮੇਰੇ ਲਈ ਆਈ ਓਪਨਰ ਸੀ ਜਿਹੜੇ ਲੜਕੇ ਨੇ ਉੱਥੇ ਟ੍ਰੇਨਿੰਗ ਦਿੱਤੀ 28-29 ਸਾਲ ਦਾ ਹੀ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਮਮਤਾ ਕੀ ਹੁੰਦੀ ਆ ਕਿਉਂਕਿ ਮੈਨੂੰ ਆਪਦੀ ਮਾਂ ਤੋਂ ਮਮਤਾ ਨਹੀਂ ਮਿਲੀ ਪਿਆਰ ਨਹੀਂ ਮਿਲਿਆ ਲਾਡ ਨਹੀਂ ਮਿਲਿਆ ਮੈਂ ਦੇਖਿਆ ਵਾ ਮੇਰੀ ਮਾਂ 14 ਸਾਲ ਦੀ ਸੀ ਜਦੋਂ ਨੇ ਮੈਨੂੰ ਜਨਮ ਦੇਦਾ ਔਰ ਮੈਂ ਉਹਨੂੰ ਸ਼ਰਾਬ ਪੀਂਦੇ ਹੀ ਦੇਖਿਆ ਪਰ ਕਹਿੰਦਾ ਉਹਦਾ ਵੀ ਕਸੂਰ ਨਹੀਂ ਕਿਉਂਕਿ ਉਹਦੀ ਮਾਂ ਰੈਜ਼ੀਡੈਂਸ਼ੀਅਲ ਸਕੂਲ 'ਚ ਵੱਡੀ ਹੋਈ ਸੀ ਜਿਹਨੂੰ ਨਹੀਂ ਪਤਾ ਸੀ ਵੀ ਮਮਤਾ ਕੀ ਹੁੰਦੀ ਆ ਸੋ ਇੰਟਰਜਨਰੇਸ਼ਨਲ ਦੀ ਗੱਲ ਕੀਤੀ ਨਾ ਮੈਰਲਿਨ ਨੇ ਤੇ ਇਹ ਇਸ਼ੂ ਸੀ ਉਸ ਤੋਂ ਬਾਅਦ ਮੇਰੀਆਂ ਅੱਖਾਂ ਖੁੱਲੀਆਂ ਕਿ ਇਹ ਇਹਨਾਂ ਦਾ ਦੇਸ਼ ਆ ਅਸੀਂ ਬਾਹਰੋਂ ਆਏ ਆ ਤੇ ਇਹਨਾਂ ਨਾਲ ਇੰਨਾ ਧੱਕਾ ਹੋ ਰਿਹਾ ਜਾਣੀਏ ਫਿਰ ਮੈਂ ਟਰੂਥ ਐਂਡ ਰੀਕਨਸੀਲੀਏਸ਼ਨ ਦੀ ਰਿਪੋਰਟ ਪੜ੍ਹੀ ਫਿਰ ਸਟੋਰੀ ਆਫ ਸਰਵਾਈਵਰਸ ਪੜ੍ਹੀਆਂ ਫਿਰ ਮੈਂ ਹੋਰ ਡਾਕੂਮੈਂਟਸ ਨੇ ਕਿ ਮਤਲਬ ਇਹਨਾਂ ਨਾਲ ਹੋਇਆ ਕੀ ਤੇ ਅੱਜ ਅਸੀਂ ਇਹਨਾਂ ਤੇ ਆਸਾਨ ਕਰ ਰਹੇ ਹਾਂ ਕਿ ਓਹੋ ਚਲੋ ਕੁਛ ਨਹੀਂ ਹੁੰਦਾ ਨੋ ਇਹ ਤਾਂ ਸਾਨੂੰ ਉਹਨਾਂ ਨੇ ਇੱਥੇ ਅਲਾਓ ਕੀਤਾ ਕਈ ਕਹਿੰਦੇ ਆ ਕਿ ਅਸੀਂ ਤਾਂ ਨਹੀਂ ਕੀਤਾ ਜੇ ਇਹਨਾਂ ਨਾਲ ਨਾ ਹੁੰਦਾ ਸ਼ਾਇਦ ਅਸੀਂ ਵੀ ਨਾ ਇੱਥੇ ਵੜ ਸਕਦੇ ਠੀਕ ਹੈ ਨਾ ਜੇ ਅਸੀਂ ਨਹੀਂ ਕੀਤਾ ਪਰ ਅਸੀਂ ਹੁਣ ਇਹਨਾਂ ਦਾ ਸੋਲੂਸ਼ਨ ਤਾਂ ਬਣ ਸਕਦੇ ਹਾਂ ਨਾ ਵੀ ਕੈਨ ਬੀ ਪਾਰਟ ਆਫ ਦੈਟ ਸੋਲੂਸ਼ਨ ਵਿਚ ਇਜ਼ ਦ ਜਰਨੀ ਆਫ ਟਰੂਥ ਐਂਡ ਰੀਕਨਸੀਲੀਏਸ਼ਨ ਦੂਜੀ ਗੱਲ ਇਹ ਹੈਗੀ ਆ ਜੀ ਕਿ ਹਜੇ ਟਰੂਥ ਤਾਂ ਪੂਰਾ ਬਾਹਰ ਆਇਆ ਹੀ ਨਹੀਂ ਹਾਂ ਉਹੀ ਮੈਰਲਿਨ ਨੇ ਕਿਹਾ ਕਿ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇੰਜੀਨੀਅਰ ਲੈਜਿਸਲੇਟਿਵ ਅਮੈਂਡਮੈਂਟਸ ਹੋ ਰਹੀਆਂ ਕਾਫੀ ਆ ਕੈਨੇਡੀਅਨ ਸਟਰਕਚਰ ਦੇ ਮੈਰਲਿਨ ਨੇ ਵੀ ਕਿਹਾ ਕੈਨੇਡੀਅਨ ਸਟਰਕਚਰ ਦੇ ਵਿੱਚ ਇੰਡੀਜਨਸ ਲੋਕਾਂ ਨੂੰ ਕਦੇ ਹੱਕ ਨਹੀਂ ਮਿਲੂਗਾ ਕਿਉਂਕਿ ਕੈਨੇਡੀਅਨ ਸਟਰਕਚਰ ਲੈਜਿਸਲੇਸ਼ਨਸ ਹਜੇ ਵੀ ਕਲੋਨੀਅਲ ਲੈਂਸ ਪਾਇਆ ਹੋਇਆ ਵਾ ਉਹਨਾਂ ਨੇ ਹਜੇ ਵੀ ਕਲੋਨੀਅਲ ਲੈਂਸ ਦੇ ਨਾਲ ਦੇਖਦੇ ਨੇ ਹੁਣ ਅਸੀਂ ਸਿਟੀ ਆਫ ਕੈਲਗਰੀ ਦੇ ਵਿੱਚ ਵਾਈਟ ਗੂਸ ਫਲਾਈਂਗ ਰਿਪੋਰਟ ਉਹਦੀਆਂ ਕਾਲ ਆਫ ਐਕਸ਼ਨ ਇੰਪਲੀਮੈਂਟ ਕਰ ਰਹੇ ਹਾਂ ਜਦੋਂ ਸਾਡੀ ਕਾਉਂਸਲ ਆਈ ਪਹਿਲੀ ਗੱਲ ਅਸੀਂ ਕੀਤੀ ਸੀ $10 ਮਿਲੀਅਨ
ਅਸੀਂ ਫਰਸਟ ਨੇਸ਼ਨ ਇੰਡੀਜਨਸ ਮੈਮੋਰੀਅਲ ਲਈ ਰੱਖਿਆ ਸਾਈਡ ਤੇ, ਪਲੇਸ ਆਫ ਗੈਦਰਿੰਗ, ਦੈਟਸ ਦ ਮੋਸਟ ਇੰਪੋਰਟੈਂਟ ਥਿੰਗ। 1.5 ਮਿਲੀਅਨ ਜਿਹੜਾ ਮੈਮੋਰੀਅਲ ਆ ਬੱਚੇ ਜਿਹੜੇ ਮਿਸਿੰਗ ਚਿਲਡਰਨ ਜਿਹੜੇ ਨੈਵਰ ਕੇਮ ਬੈਕ ਹੋਮ, ਉਹਨਾਂ ਲਈ ਰੱਖਿਆ। ਹੁਣ ਪਿੱਛੇ ਜੇ ਸਾਡੀ ਹਾਊਸਿੰਗ ਸਟ੍ਰੈਟਜੀ ਆਈ ਆ, ਉਹਦੇ ਵਿੱਚ ਇੰਡੀਜਨਸ ਹਾਊਸਿੰਗ ਰੱਖਿਆ, ਕਿਉਂਕਿ ਇੰਡੀਜਨਸ ਹਾਊਸਿੰਗ ਇੱਕ ਯੂਨੀਕ ਫਿਨੋਮੀਨਾ ਵਾ, ਜਿਸ ਤਰ੍ਹਾਂ ਉਹ ਰਹਿੰਦੇ ਨੇ, ਸਮਝਿੰਗ ਕਰਦੇ ਨੇ, ਉਹ ਸਾਰਾ ਕੁਛ। ਸੋ ਇਹ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਹੁੰਦਾ ਵਾਂ ਆਪਾਂ ਫਿਰ ਵੀ ਕਿ 30 ਸਤੰਬਰ ਨੂੰ ਕੁਛ ਸੰਤਰੀ ਪਾਓ, ਕੁਛ ਔਰੰਜ ਪਾਓ, ਚਾਹੇ ਉਹ ਸ਼ਰਟ ਆ, ਚਾਹੇ ਕੁਛ ਵੀ ਆ। 30 ਨੂੰ ਫੋਰਟ ਕੈਲਗਰੀ ਦੇ ਵਿੱਚ ਪ੍ਰੋਗਰਾਮ ਆ, ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਆਓ, ਉਹਨਾਂ ਨੂੰ ਦਿਖਾਓ। ਰਾਈਟ, ਮੇਰਾ ਬੱਚਾ 5 ਮਿੰਟ ਸਕੂਲ ਤੋਂ ਲੇਟ ਹੋ ਜਾਏ ਨਾ ਤੇ ਮੇਰਾ ਬੁਰਾ ਹਾਲ ਹੋ ਜਾਂਦਾ, ਤੇ ਇਹਨਾਂ ਨਾਲ ਜੋ ਹੋਇਆ ਆਪਾਂ ਨੂੰ ਪਤਾ ਹੀ ਹੈ ਜੀ। ਔਰੰਜ ਸ਼ਰਟ ਡੇ ਜਿਹੜਾ ਹੈ ਉਹ ਵੀ 30 ਸਤੰਬਰ ਨੂੰ ਹੀ ਆਉਂਦਾ ਆ। ਇਹ ਇੰਡੀਜਨਸ ਲੈਡ ਗ੍ਰਾਸ ਰੂਟਸ ਕਮੈਮੋਰੇਟਿਵ ਡੇ ਜੇ ਇੰਟੈਂਡ ਇਹੀ ਕਰਦਾ ਆ ਕਿ ਅਸੀਂ ਵੱਧ ਤੋਂ ਵੱਧ ਜਾਗਰੂਕਤਾ ਲੈ ਕੇ ਆਈਏ ਉਹਨਾਂ ਇੰਡੀਵਿਜੂਅਲਸ, ਪਰਿਵਾਰਾਂ ਅਤੇ ਕਮਿਊਨਿਟੀ ਮੈਂਬਰਸ ਵਾਸਤੇ ਜਿਨ੍ਹਾਂ 'ਤੇ ਰੈਜ਼ੀਡੈਂਸ਼ੀਅਲ ਸਕੂਲਸ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਅੱਜ ਤੱਕ ਮਿਲ ਰਿਹਾ। ਐਂਡ ਆਲਸੋ ਦ ਮੋਟੋ ਇਜ਼ ਐਵਰੀ ਚਾਈਲਡ ਮੈਟਰਸ। ਐਗਜ਼ੈਕਟਲੀ, ਉਹ ਇਸ ਕਰਕੇ ਜੀ ਕਿਉਂਕਿ ਦੇਖੋ ਜਿਹੜੇ ਬੱਚੇ ਸੀਗੇ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਇਹ ਕਨਫੈਡਰੇਸ਼ਨ 1867 ਤੋਂ ਬਾਅਦ ਬਣਨੇ ਸ਼ੁਰੂ ਹੋ ਗਏ। ਜੌਨ ਏ ਮੈਕਡੋਨਲਡ ਦਾ ਇਹ ਮੰਨਣਾ ਸੀਗਾ ਕਿ ਇੱਕ ਇੰਡੀਅਨ ਮਾਰ ਦਿੱਤਾ ਜਾਵੇ ਤੇ ਇਨਸਾਨ ਬਚਾ ਲਿਆ ਜਾਵੇ। ਇਹ ਇੱਕ ਕਲਚਰਲ ਜੈਨੋਸਾਈਡ ਸੀ। ਮਾਂ ਬੋਲੀ ਖਤਮ ਕਰ ਦਿਓ, ਇਹਨਾਂ ਦਾ ਕਲਚਰ ਸੱਭਿਆਚਾਰ ਖਤਮ ਕਰ ਦਿਓ, ਇਹਨਾਂ ਕੋਲ ਕੁਛ ਬਚੇ ਹੀ ਨਾ। ਇੰਡੀਅਨ ਬੇਸਿਕਲੀ ਫੋਕਸ ਕਲੋਨੀਅਲ ਪਾਵਰਸ ਦਾ ਇਹ ਸੀ ਕਿ ਇੰਡੀਅਨ ਪ੍ਰੋਬਲਮ ਖਤਮ ਕਰਦੀਆਂ। ਜੇ ਇੰਡੀਅਨ ਜਿਉਂਦੇ ਰਹੇ ਤਾਂ ਸਾਡੇ ਲਈ ਟਰਬਲ ਕਰਦੇ ਰਹਿਣਗੇ। 1883 ਦੇ ਵਿੱਚ ਪਹਿਲੇ 3 ਰੈਜ਼ੀਡੈਂਸ਼ੀਅਲ ਸਕੂਲ ਬਣੇ। ਉਸ ਤੋਂ ਬਾਅਦ ਇਹਨਾਂ ਨੇ 1876 ਦੇ ਵਿੱਚ ਇੰਡੀਅਨ ਐਕਟ ਲੈ ਕੇ ਆਂਦਾ, ਜਿਹੜਾ ਮੋਸਟ ਰੇਸਿਸਟ ਪੀਸ ਆਫ ਡਾਕੂਮੈਂਟ ਆ। ਮੈਂ ਪੰਜਾਬੀ ਹਾਂ ਬਾਈ ਵਰਚੂ ਆਫ ਬੋਰਨ ਇਨਟੂ ਅ ਪੰਜਾਬੀ ਫੈਮਿਲੀ। ਜੇ ਇੰਡੀਅਨ ਗਵਰਨਮੈਂਟ ਕੱਲ੍ਹ ਨੂੰ ਇਹ ਲੈਜਿਸਲੇਸ਼ਨ ਬਣਾ ਦਿੰਦੀ ਕਿ ਪੰਜਾਬੀ ਐਕਟ, ਵੀ ਅਸੀਂ ਤੈਨੂੰ ਦੱਸਾਂਗੇ ਤੂੰ ਪੰਜਾਬੀ ਆ ਕਿ ਨਹੀਂ, ਤੇਰੇ ਪੰਜਾਬੀ ਹੋਣ ਦੀਆਂ ਕੀ ਰਾਈਟਸ ਨੇ, ਤੂੰ ਕਦੋਂ ਪੰਜਾਬੀ ਹੈਗਾ, ਕਦੋਂ ਤੂੰ ਨਹੀਂ। ਜੇ ਇੱਕ ਪੰਜਾਬੀ ਕੁੜੀ ਬਾਹਰ ਵਿਆਹ ਕਰ ਲੈਂਦੀ ਆ ਪੰਜਾਬੀ ਘਰਾਣੇ ਤੋਂ ਤਾਂ ਉਹ ਪੰਜਾਬੀ ਬੰਦ ਹੋ ਜੂਗੀ ਰਹਿਣਾ। ਇੰਡੀਅਨ ਐਕਟ 'ਚ ਇਹੀ ਸਭ ਕੁਝ ਸੀ, ਅਸੀਂ ਤੁਹਾਨੂੰ ਦੱਸਾਂਗੇ। ਇੰਡੀਅਨ ਐਕਟ ਨੇ ਇੰਡੀਅਨ ਏਜੰਟ ਲਾਏ, ਬੱਚਿਆਂ ਤੋਂ ਮਾਪਿਆਂ ਨੂੰ ਦੂਰ ਰੱਖਣ ਲਈ। ਰਿਜ਼ਰਵਸ ਦੇ ਮਾਪੇ ਹੁੰਦੇ ਸੀ, ਉਹਨਾਂ ਨੂੰ ਇੰਡੀਅਨ ਏਜੰਟ ਦੀ ਇਜਾਜ਼ਤ ਲੈਣੀ ਪੈਂਦੀ ਸੀ ਕਿ ਉਹ ਆਪਦੇ ਬੱਚਿਆਂ ਨੂੰ ਦੇਖ ਸਕਦੇ ਆ ਕਿ ਨਹੀਂ। ਜੇ ਇੰਡੀਅਨ ਏਜੰਟ ਉਹਨਾਂ ਨੂੰ ਪਾਸ ਦਿੰਦਾ ਹੀ ਤਾਂ ਹੀ ਉਹ ਜਾ ਸਕਦੇ ਸੀਗੇ। ਫਿਰ ਇਹਨਾਂ ਨੇ ਕੀ ਕੀਤਾ ਜੀ, 1892 ਆਈ ਬਲੀਵ ਦੇ ਵਿੱਚ ਅਮੈਂਡਮੈਂਟ ਲੈ ਕੇ ਆਂਦੀ ਇੰਡੀਅਨ ਐਕਟ 'ਚ ਕਿ ਹਰ ਬੱਚਾ ਕੰਪਲਸਰੀ ਕਰਦਾ ਕਿ ਉਹਨੇ ਜਾਣਾ ਹੀ ਜਾਣਾ। ਹਰ ਇੱਕ ਘਰ ਦਾ ਬੱਚਾ ਰੋ ਰਿਹਾ ਵਾ, ਉਹਨੂੰ ਉਹਦਾ ਬਾਪ ਕਹਿੰਦਾ ਤੈਨੂੰ ਜਾਣਾ ਪੈਣਾ, ਉਹ ਕਹਿੰਦਾ ਮੈਂ ਜਾਣਾ ਨਹੀਂ। ਬਾਪ ਕਹਿੰਦਾ ਮੇਰੇ ਕੋਲ ਕੋਈ ਚੋਇਸ ਨਹੀਂ ਬੇਟਾ, ਕਿਉਂਕਿ ਬਾਹਰ RCMP ਖੜੀ ਆ, ਜਾਂ ਮੈਂ ਜੇਲ੍ਹ ਜਾਊਂ ਜਾਂ ਤੈਨੂੰ। ਬੱਚਾ ਕਹਿੰਦਾ ਜਾ ਬਾਪ, ਤੈਨੂੰ ਨਹੀਂ ਮੈਂ ਜੇਲ੍ਹ ਜਾਣ ਦੇਣਾ, ਮੈਂ ਜਾਊਂ। ਕੁੜੀ ਛੋਟੀ ਜਿਹੀ ਬੱਚੀ ਘਰੇ ਆਉਂਦੀ ਆ, ਮਾਂ ਨੂੰ ਕਹਿੰਦੀ ਮੈਂ ਵਾਪਸ ਨਹੀਂ ਜਾਣਾ। ਮਾਂ ਕਹਿੰਦੀ ਕਿਉਂ? ਮੈਂ ਵਾਪਸ ਨਹੀਂ ਜਾਣਾ। ਉਹ ਕਹਿੰਦੀ ਦੱਸ ਤਾਂ ਸਹੀ, ਮੇਰੇ ਨਾਲ ਸੈਕਸ਼ੂਅਲ ਅਬਿਊਜ਼ ਹੋਇਆ। ਮਾਂ ਰੋਣ ਲੱਗ ਜਾਂਦੀ ਹੈ, ਕਹਿੰਦੀ ਸਕੂਲ 'ਚ ਮੈਂ ਭੇਜਿਆ ਹੀ ਤੈਨੂੰ ਵੀ ਸ਼ਾਇਦ ਤੇਰੇ ਨਾਲ ਉਹ ਨਾ ਹੋਵੇ ਜੋ ਮੇਰੇ ਨਾਲ ਹੋਵੇ। ਤੇ ਰਾਜੀ ਕਿਸੇ ਨੂੰ ਇਹ ਕਹਿਣਾ, ਦਿਸ ਇਜ਼ ਕਲਚਰਲ ਜੈਨੋਸਾਈਡ ਇਨ ਫੈਕਟ, ਕਿ ਤੁਹਾਨੂੰ ਤਾਂ ਅਕਲ ਨਹੀਂ ਹੈਗੀ, ਤੁਹਾਨੂੰ ਤਾਂ ਰਹਿਣ ਸਹਿਣ ਦੇ ਢੰਗ ਨਹੀਂ ਹੈਗੇ, ਬੱਚਿਆਂ ਦੀ ਤਰਬੀਅਤ ਅੱਛੀ ਨਹੀਂ ਹੋ ਰਹੀ। ਉਹ ਜਦ ਕਿ ਸੰਸਕ੍ਰਿਤੀ ਤੇ ਕੁਦਰਤ ਦੇ ਬਹੁਤ ਨੇੜੇ ਰਹਿਣ ਵਾਲੇ ਲੋਕ ਸਨ ਤੇ ਹੈਗੇ ਵੀ ਹੈ। ਉਸ ਵੇਲੇ ਦੀ ਜਦੋਂ ਗੱਲ ਕਰਦੀ ਪਈ ਹਾਂ ਮੈਂ, ਤੇ ਉਹਨਾਂ ਨੂੰ ਇਸ ਗੱਲ ਤੋਂ ਦੂਰ ਲੈ ਜਾਣਾ ਕਿ ਇਹਨਾਂ ਨੂੰ ਨਵਾਂ ਕਲਚਰ ਸਿਖਾਵਾਂਗੇ, ਆਧੁਨਿਕਤਾ ਦਾ ਹਿੱਸਾ ਬਣਾਵਾਂਗੇ, ਔਰ ਇਹ ਇੱਕ ਝੂਠ ਜਿਹੜਾ ਪਰੋਸਿਆ ਗਿਆ, ਔਰ ਅਸਲ ਦੇ ਵਿੱਚ ਉਹਦਾ ਮਕਸਦ ਜੈਨੋਸਾਈਡ ਹੀ ਸੀਗਾ। ਬਿਲਕੁਲ ਜੀ। ਦੇਖੋ ਓਰੀਐਂਟਲਿਜ਼ਮ ਕਿੱਥੋਂ ਆਇਆ? ਆਪਾਂ ਨੂੰ ਈਸਟ ਵਾਲਿਆਂ ਨੂੰ ਓਰੀਐਂਟਲਿਜ਼ਮ ਦੇ ਥੱਲੇ ਲਿਆਂਦਾ ਗਿਆ। ਸਾਡੇ ਇੰਡੀਆ ਦੇ ਵਿੱਚ ਜਦੋਂ ਨਵੀਂ ਲੈਂਗੁਏਜਿਸ ਲਿਆਂਦੀਆਂ, ਵਰਨੀਕੂਲਰ ਲੈਂਗੁਏਜ ਕਿਹਾ ਗਿਆ ਪੰਜਾਬੀ ਨੂੰ, ਕਿ ਪੰਜਾਬੀ ਤਾਂ ਇੱਕ ਵਹੀਆਤ ਲੈਂਗੁਏਜ ਆ। ਜਦੋਂ ਕਲੋਨੀਅਲਿਜ਼ਮ ਸ਼ੁਰੂ ਹੋਇਆ, ਇਹ ਕਿਹਾ ਗਿਆ ਸੀ ਇਟਸ ਵਾਈਟ ਮੈਨਸ ਡੈਸਟਨੀ ਟੂ ਸਪਰੈਡ ਦ ਸਿਵਲਾਈਜੇਸ਼ਨ। ਸਾਨੂੰ ਵੀ ਕਿਹਾ ਗਿਆ ਸੀ ਕਿ ਇਹ ਲੋਕ ਸੈਵੇਜ ਨੇ। ਇਹੀ ਇੱਥੇ ਹੋਇਆ। ਇਹ ਮੰਨਿਆ ਜਾਂਦਾ ਇੱਕ ਤਾਂ ਕ੍ਰਿਸਚੈਨਿਟੀ ਫੈਲਾਓਗੇ ਤੁਸੀਂ ਤੇ ਤੁਸੀਂ ਸਵਰਗ 'ਚ ਜਾਓਗੇ। ਦੂਜਾ ਇਹ ਕਿ ਜੇ ਤੁਸੀਂ ਇਹਨਾਂ ਨੂੰ ਸੈਵੇਜ ਜਾਨਵਰਾਂ ਤੋਂ ਇਨਸਾਨ ਬਣਾ ਦੋਗੇ ਤਾਂ ਤੁਹਾਨੂੰ ਬਹੁਤ ਸੁੱਖ ਮਿਲੂਗਾ। ਰਾਈਟ। ਬੱਚਿਆਂ ਨੂੰ ਐਸੀਆਂ ਮੂਵੀਆਂ ਦਿਖਾਈਆਂ ਜਾਂਦੀਆਂ ਰੈਜ਼ੀਡੈਂਸ਼ੀਅਲ ਦੇ ਵਿੱਚ ਕਿ ਤੁਹਾਡੇ ਪੇਰੈਂਟਸ ਸੈਵੇਜ ਆ। ਕੁਝ ਬੱਚੇ ਨੇ ਰਿਫਿਊਜ਼ ਕਰਦਾ ਵਾਪਸ ਜਾਣਾ, ਕਿ ਨਫ਼ਰਤ ਹੋ ਗਈ ਉਹਨਾਂ ਨੂੰ ਆਪਣੇ ਪੇਰੈਂਟਸ ਵੱਲ। ਉਹਨਾਂ ਨੂੰ ਸਿਖਾਇਆ ਜਾਂਦਾ ਕਿ ਸਵਰਗ 'ਚ ਜਾਣ ਦੀ ਇੱਕੋ ਹੀ ਪੌੜੀ ਆ, ਜੇ ਤੁਸੀਂ ਕੈਥੋਲਿਜ਼ਮ ਜਾਂ ਪ੍ਰੋਟੈਸਟੈਂਟ ਬਣੋਗੇ। ਤੁਹਾਡੀ ਪੌੜੀ ਤੁਹਾਨੂੰ ਸਿਰਫ ਨਰਕ ਦੇ ਵਿੱਚ ਲੈ ਕੇ ਜਾਊਗੀ। ਰਾਈਟ। ਇਹ ਸਿਖਾਇਆ ਗਿਆ। ਹੁਣ ਦੇਖੋ, ਇੱਕ ਬੱਚਾ ਉਹ ਕਹਿ ਰਿਹਾ ਵਾ ਕਿ
5 ਸਾਲ ਦਾ ਬੱਚਾ ਸੀ ਕਿ ਮੈਨੂੰ ਰਾਤ ਨੂੰ ਪ੍ਰੋਬਲਮ ਸੀਗੀ, ਮੇਰਾ ਪਿਸ਼ਾਬ ਨਿਕਲ ਜਾਂਦਾ ਸੀ। ਉਹਨਾਂ ਨੇ ਕੀ ਕੀਤਾ, ਉਹਨੂੰ ਬੱਚੇ ਨੂੰ ਕਿਹਾ ਵੀ ਪਾਣੀ ਬੈਨ, ਤੁਸੀਂ ਪਾਣੀ ਨਹੀਂ ਪੀ ਸਕਦੇ। ਬੱਚੇ ਨੂੰ ਰਾਤ ਨੂੰ ਤਿਆਰ ਲੱਗਦੀ ਆ, ਬੱਚਾ ਜਾ ਕੇ ਟਾਇਲਟ 'ਚੋਂ ਪਾਣੀ ਪੀ ਰਿਹਾ। ਇਹ ਕੈਨੇਡਾ ਦੇ ਬੱਚਾ ਨਾਲ ਹੋ ਰਿਹਾ। ਤੇ ਅਸੀਂ ਕਹਿ ਦਿੰਦੇ ਆ ਜੀ ਕਿ ਜੇ ਸਾਡੇ ਇੱਥੇ ਬੱਸ ਹੀ ਲੇਟ ਹੋ ਗਈ ਕਿ ਕਿੱਦਾਂ ਹੋ ਗਈ, ਰਾਈਟ। ਤੇ ਇਹ ਇੱਕ ਬੱਚਾ ਕਰੀਬ ਬੋਲ ਰਿਹਾ, ਉਹ ਸਕੂਲ ਜਾਂਦਾ, ਸਕੂਲ ਤੋਂ ਵਾਪਸ ਆਉਂਦਾ 7 ਸਾਲ ਬਾਅਦ, ਹੁਣ ਉਹ ਅੰਗਰੇਜ਼ੀ ਬੋਲ ਰਿਹਾ। ਉਹ ਕਹਿੰਦਾ ਮੈਂ ਆਪਣੀ ਮਾਂ ਦੇਖੀ ਜਾਂਦਾ ਬੈਠਾ, ਮਾਂ ਮੇਰੇ ਵੱਲ ਦੇਖੀ ਜਾਂਦੀ ਆ, ਕਿਉਂਕਿ ਮਾਂ ਤੋਂ ਉਹਨੂੰ ਇੰਗਲਿਸ਼ ਨਹੀਂ ਆਉਂਦੀ, ਮੈਂ ਕਰੀ ਭੁੱਲ ਗਿਆ, ਜ਼ੁਬਾਨ ਹੀ ਗਈ, ਸਭ ਕੁਛ ਗਿਆ, ਜ਼ੁਬਾਨ ਗਈ। ਸੋ ਇਹਨਾਂ ਨਾਲ ਇੱਕ ਸਿਸਟੈਮਿਕ ਵੇ ਦੇ ਵਿੱਚ ਸਾਰਾ ਕੁਛ ਕੀਤਾ ਗਿਆ। ਫਿਰ 1959 ਦੇ ਵਿੱਚ ਫਾਈਨਲੀ ਗਵਰਨਮੈਂਟ ਨੇ, ਪਹਿਲਾਂ ਕੀ ਹੁੰਦਾ ਸੀਗਾ ਕਿ ਹੁਣ ਇੱਕ ਬੱਚੇ ਕਿਉਂ ਮਰੇ ਜ਼ਿਆਦਾ, ਬੱਚੇ ਇਸ ਲਈ ਮਰੇ ਕਿਉਂਕਿ ਜਿਹੜੇ ਚਰਚਿਸ ਸੀਗੇ ਜੀ, ਉਹਨਾਂ ਨੂੰ ਰਿਸਪੌਂਸਿਬਿਲਿਟੀ ਦੇ ਦਿੱਤੀ ਸਰਕਾਰ ਨੇ, ਤੁਸੀਂ ਹੀ ਇਹਨਾਂ ਨੂੰ ਚਲਾਉਣਾ, ਅਸੀਂ ਤੁਹਾਨੂੰ ਬਣਾ ਕੇ ਦੇ ਪਰ ਬੱਚਾ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ। ਤਾਂ ਚਰਚਾਂ ਨੇ ਕੀ ਕੀਤਾ ਵੀ ਪੈਸੇ ਜ਼ਿਆਦਾ ਤੋਂ ਜ਼ਿਆਦਾ ਆਉਣ, ਉਹਨਾਂ ਨੇ ਹਰ ਬੱਚਾ, ਚਾਹੇ ਉਹ ਸਿੱਖ ਸੀ ਚਾਹੇ ਇਲ ਸੀ, ਉਹਨੂੰ ਵੀ ਰਿਕਰੂਟ ਕਰਦਾ। ਇੰਨੇ ਭੈੜੀ ਰਹਿਣ ਵਾਲੀ ਥਾਂ ਸੀਗੀ, ਛੋਟੇ ਛੋਟੇ ਕਮਰੇ ਸੀ, ਬੱਚੇ ਇੱਕ ਦੂਜੇ, TB ਨਾਲ ਸਭ ਤੋਂ ਜ਼ਿਆਦਾ ਬੱਚੇ ਮਰੇ। 1906 ਦੇ ਵਿੱਚ ਡਾਕਟਰ ਬਰਾਈਸ, ਸਾਡੇ ਚੀਫ ਮੈਡੀਕਲ ਆਫਿਸਰ ਕੈਨੇਡਾ ਦੇ, ਉਹਨਾਂ ਨੇ ਰਿਪੋਰਟ ਦਿੱਤੀ ਸੀ ਕਿ ਉੱਥੇ ਜਾ ਕੇ ਦੇਖੋ ਜਿਹੜੀ ਮੋਰਟੈਲਿਟੀ ਰੇਟ ਆ ਬੱਚਿਆਂ ਦੇ ਮਰਨ ਦੀ ਇੰਡੀਅਨ ਸਕੂਲਾਂ ਦੇ ਵਿੱਚ 3 times more than average Canadian non-Aboriginal, 3 times। 1909 ਦੇ ਵਿੱਚ ਫਿਰ ਉਹਨਾਂ ਨੇ ਰਿਪੋਰਟ ਦਿੱਤੀ, ਕਿਸੇ ਨੇ ਗੌਰ ਨਹੀਂ ਕੀਤੀ ਕਿਉਂਕਿ ਉਹ ਕੇਅਰ ਹੀ ਨਹੀਂ ਕਰਦੇ ਸੀਗੇ। ਬੱਚੇ ਮਰੇ, ਬੱਚਿਆਂ ਨੂੰ ਦਫਨਾ ਦਿੱਤਾ ਗਿਆ। ਕੈਮਲੂਪਸ ਦੇ ਵਿੱਚ 2021 ਦੇ ਵਿੱਚ 215 ਕਬਰਾਂ ਲੱਭੀਆਂ ਨੇ, ਅਜੇ ਪਤਾ ਨਹੀਂ ਕਿੰਨੀਆਂ ਨੇ। ਸੋ ਉਸ ਤੋਂ ਬਾਅਦ ਦੇਖੋ, ਇਹ ਮੈਂ ਪਹਿਲਾਂ ਵੀ ਇਹ ਕਿਹਾ ਵਾ ਕਿ ਇਹਨਾਂ ਨਾਲ ਇੰਨਾ ਧੱਕਾ ਹੋਇਆ ਕਿ ਸਾਨੂੰ ਬਾਹਰਲਿਆਂ ਨੂੰ 1947 'ਚ ਵੋਟ ਪਾਉਣ ਦਾ ਹੱਕ ਮਿਲ ਗਿਆ, ਇਹਨਾਂ ਨੂੰ 1960 ਤੱਕ ਨਹੀਂ ਮਿਲਿਆ। ਇਹਨਾਂ ਲੋਕਾਂ ਨੂੰ ਇਹ ਹੱਕ ਨਹੀਂ ਸੀ ਕਿ ਲਾਇਰ ਹਾਇਰ ਕਰਕੇ ਕੋਰਟ ਦੇ ਵਿੱਚ ਕੇਸ ਕਰ ਸਕਣ ਇਹਨਾਂ ਦੀਆਂ ਜ਼ਮੀਨਾਂ ਬਾਰੇ। ਇਹਨਾਂ ਦੀਆਂ ਮਿਸਿੰਗ ਵੂਮਨ ਦੀਆਂ ਰਿਪੋਰਟਸ ਨਹੀਂ ਲਿਖੀਆਂ ਜਾਂਦੀਆਂ, ਬਿਲਕੁਲ ਮਿਸਿੰਗ ਵੂਮਨ। ਫਿਰ ਜਦੋਂ ਜਿਹੜੀ ਟਰੂਥ ਐਂਡ ਰੀਕਨਸੀਲੀਏਸ਼ਨ ਦੀ ਰਿਕਮੈਂਡੇਸ਼ਨ ਆਈ ਹੈ, 96 ਕਾਲਸ ਟੂ ਐਕਸ਼ਨ, ਉਹਦੇ ਵਿੱਚ 80ਵੀਂ ਕਾਲਸ ਟੂ ਐਕਸ਼ਨ ਇਹ ਸੀਗੀ ਕਿ ਇੱਕ ਦਿਨ ਬਣਾਇਆ ਜਾਵੇ ਤੇ ਉਹ ਛੁੱਟੀ ਕੀਤੀ ਜਾਵੇ ਪੂਰੇ ਦੇਸ਼ ਦੇ ਵਿੱਚ, ਚਾਹੀ ਇਹ ਜਿਹੜਾ ਡੇ ਆਪਾਂ ਮਨਾਉਂਦੇ ਆ ਇੱਕ ਦਿਨ ਦਾ, ਉਹ 80th ਕਾਲ ਸੀਗੀ। ਸੋ ਮਿਸਿੰਗ ਵੂਮਨ, ਇੰਡੀਜਨਸ ਵੂਮਨ ਜਿਹੜੀਆਂ ਵਾ, ਉਹਨਾਂ ਦੀ ਇਨਕੁਆਇਰੀ ਵੀ ਹੋਈ, ਉਹਦੇ ਵਿੱਚ ਵੀ ਇਹ ਲੱਗਿਆ। ਹੁਣ ਵਿਨੀਪੈਗ ਦੇ ਵਿੱਚ ਇੰਡੀਜਨਸ ਲੋਕ ਰੌਲਾ ਪਾ ਰਿਹਾ ਕਿ ਸਾਡੀਆਂ ਬੱਚੀਆਂ ਦੇ ਸਕੈਲੇਟਨ ਜਿਹੜਾ ਤੁਹਾਡਾ ਉਹ ਲੈਂਡ ਫਿਲ ਆ ਉਹਦੇ 'ਚ ਨਹੀਂ ਸਾਨੂੰ ਪਤਾ। ਫਿਰ ਕਲੋਨੀਅਲ ਮਾਈਂਡਸੈਟ, ਉਹਨੂੰ ਪੱਟਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਔਖੀ ਸਥਿਤੀ 'ਚੋਂ ਉਹਨਾਂ ਨੂੰ ਗੁਜ਼ਰਨਾ ਪਿਆ, ਉਸ ਪਾਪੂਲੇਸ਼ਨ ਨੂੰ ਉਹਦਾ ਖਾਮਿਆਜ਼ਾ ਜਿਹੜਾ ਹੈ ਭੁਗਤਣਾ ਪੈ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਤੱਕ ਨੂੰ ਵੀ, ਕਿਉਂਕਿ ਅਗਾਂਹ ਤੋਂ ਅਗਾਂਹ ਬਹੁਤ ਅਪਲਿਫਟਮੈਂਟ ਕਰਨ ਵਾਸਤੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿ ਕਾਉਂਸਲਿੰਗ ਸਰਵਿਸਿਜ਼ ਐਂਡ ਹੋਰ ਜਿਹੜੀਆਂ ਸੁਵਿਧਾਵਾਂ ਦੀ ਲੋੜ ਹੈ। ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਤਾਂ ਸਿਹਤ ਸਹੂਲਤਾਂ ਹੀ ਚੰਗੀਆਂ ਮਿਲ ਜਾਣ, ਬਹੁਤ ਵੱਡੀ ਗੱਲ। ਹਾਂਜੀ, 20+ ਇਸ ਵਕਤ ਕਮਿਊਨਿਟੀਜ਼ ਨੇ ਜਿੱਥੇ ਬੋਇਲਿੰਗ ਵਾਟਰ ਐਡਵਾਈਜ਼ਰੀ ਆ ਇੰਡੀਜਨਸ ਲੋਕਾਂ ਲਈ। ਜਿਹੜੇ ਲੋਕਾਂ ਨੂੰ ਪਤਾ, ਸਾਊਥ ਅਫਰੀਕਾ ਦੇ ਵਿੱਚ ਇੱਕ ਅਪਾਰਥਾਈਡ ਸਿਸਟਮ ਹੁੰਦਾ ਸੀ, ਕਾਲਿਆਂ ਨੂੰ ਅਲੱਗ ਗੋਰਿਆਂ ਨੂੰ ਅਲੱਗ। ਅਪਾਰਥਾਈਡ ਸਿਸਟਮ ਕਿੱਥੋਂ ਨਿਕਲਿਆ? ਸਾਊਥ ਅਫਰੀਕਾ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਤੋਂ ਸਿੱਖ ਕੇ ਇੱਥੋਂ ਸਟੱਡੀ ਕਰਕੇ ਲੈ ਕੇ ਗਿਆ ਸੀ ਕਿ ਇਹਨਾਂ ਨੂੰ ਰਿਜ਼ਰਵ 'ਚ ਪਾ ਦਿਓ ਕਾਲਿਆਂ ਨੂੰ। ਸੋ ਇਹ ਜਿਹੜਾ ਜਿਹੜੀ ਜਿੱਦਾਂ ਆਪਾਂ ਕਹਿ ਜੇਲ੍ਹਾਂ 'ਚ ਜ਼ਿਆਦਾ ਨੇ, ਰਾਈਟ। 60 ਸਕੂਪ ਦੀ ਗੱਲ ਕੀਤੀ ਮੈਡਲਿਨ ਨੇ, ਉਹ ਕੀ ਸੀਗੀ? ਉਹ ਚਾਈਲਡ ਵੈਲਫੇਅਰ ਇੱਕ ਕਲੋਨੀਅਲ, ਇੱਕ ਵੈਸਟਰਨ ਪਰਸਪੈਕਟਿਵ ਨਾਲ ਲੈਂਸ ਪਾਉਂਦਾ ਸੀ। ਆਪਾਂ ਹੁਣੇ ਗੱਲ ਕਰ ਰਹੇ ਸੀ, ਆਪਣੇ ਬੱਚਾ ਜੰਮਦਾ ਆਪਾਂ ਉਹਨੂੰ ਕਹਿੰਦੇ ਹਾਂ ਗੁੜਤੀ ਦੇ ਦਈਏ, ਇੱਥੇ ਡਾਕਟਰ ਕਹਿੰਦੇ ਨਾ ਦੋ, ਬੱਚੇ ਨੂੰ ਸ਼ੂਗਰ ਹੋ ਜੂ। ਬੱਚੇ ਨੂੰ ਅਸੀਂ ਆਪਦੇ ਘਰੇ ਇੱਕ ਤਰੀਕੇ ਨਾਲ ਪਾਲਦੇ ਹਾਂ, ਤੇ ਉਹ ਇਹ ਵੀ ਆਪਦੇ ਬੱਚਿਆਂ ਨੂੰ ਉਸ ਤਰੀਕੇ ਨਾਲ ਪਾਲਦੇ ਸੀ। ਪਰ ਵੈਸਟਰਨ ਕੌਨਸੈਪਟ ਦੇ ਥਰੂ ਇੱਦਾਂ ਲੱਗਦਾ ਚਾਈਲਡ ਵੈਲਫੇਅਰ ਦੇ ਗਲਤ ਆ, ਉਹ ਬੱਚਿਆਂ ਨੂੰ ਲੈ ਗਏ, ਬੱਚਿਆਂ ਨੂੰ ਅਡੋਪਸ਼ਨ ਦੇ ਲਈ ਪਾਦਾ। ਪਤਾ ਨਹੀਂ ਕਿੰਨੇ ਹਜ਼ਾਰ ਬੱਚਾ ਯੂਰਪ, USA ਦੇ ਵਿੱਚ ਅਡੋਪਟ ਕਰ ਲਿਆ ਗਿਆ। ਕਈ ਲੋਕ ਬੱਚੇ 70 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੇਰੈਂਟ ਉਹ ਹੈ ਹੀ ਨਹੀਂ ਗੇ। ਬੱਚਿਆਂ ਇੱਕ ਥਾਂ ਦੇ ਉੱਤੇ RCMP ਆਈ, ਪੂਰੇ ਇਹਨਾਂ ਦਾ ਪਿੰਡ ਜਿਹਦੇ 'ਚ ਆਪਾਂ ਗਧੇ ਘੋੜੇ ਟਰੱਕਾਂ 'ਚ ਲਿਜਾਈਦੇ, ਆਪਾਂ ਦੇਖਦੇ ਹੁੰਦੇ ਹਾਂ, ਉਹਨਾਂ ਦੇ ਵਿੱਚ ਬੱਚਿਆਂ ਨੂੰ ਭਰ ਕੇ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਲੈ ਕੇ ਗਏ, ਰਾਈਟ। ਇੱਕ ਬੱਚਾ ਵਿਚਾਰਾ ਰੈਜ਼ੀਡੈਂਸ਼ੀਅਲ ਸਕੂਲ ਤੋਂ ਜਾ ਰਿਹਾ ਵਾ ਕਿ ਮੈਂ ਇੱਥੋਂ ਭੱਜ ਗਿਆ। 22 ਅਕਤੂਬਰ 1966 ਦੀ ਗੱਲ ਆ, ਭੱਜਿਆ ਉੱਥੋਂ। ਅੱਛਾ, ਉਹ ਆਪਦੇ ਘਰੇ ਪਹੁੰਚ ਗਿਆ? ਨਹੀਂ ਪਹੁੰਚਿਆ। ਉਹਦਾ ਘਰ ਪਤਾ ਕਿੰਨੀ ਦੂਰ ਸੀ? 800 ਕਿਲੋਮੀਟਰ। ਉਹ ਰੇਲ ਦੀ ਪਟੜੀ ਤੇ ਤੁਰਿਆ, ਰਾਹ 'ਚ ਮਰ ਗਿਆ। ਸੋ ਇਹ ਹਿਸਟਰੀ ਹੈਗੀ ਆ। ਤੇ ਇਹਦੇ ਉੱਤੇ ਨਿਗਾਹ ਜਿਹੜੀ ਹੈ, ਦੇਖੋ ਇਹਨਾਂ ਦੀਆਂ ਤਾਂ ਲੈਂਡ ਰਾਈਟਸ, ਜਿੱਦਾਂ ਮੈਡਲਿਨ ਨੇ ਵੀ ਗੱਲ ਕੀਤੀ ਸੀ, ਟ੍ਰੀਟੀ ਰਾਈਟਸ ਜਿਹੜੀਆਂ ਨੇ, ਉਹ ਤਾਂ ਦੂਰ ਦੀ ਗੱਲ ਆ, ਲੈਂਡ ਰਾਈਟਸ ਵੀ ਨਹੀਂ ਰੈਕੋਗਨਾਈਜ਼ ਹੁੰਦੀਆਂ।
ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਕੇਸ ਕਰਨੇ ਸ਼ੁਰੂ ਕੀਤੇ ਤੇ ਸੁਪਰੀਮ ਕੋਰਟ ਨੇ ਰੈਕੋਗਨਾਈਜ਼ ਕਰ ਦਿੱਤਾ ਕਿ ਇਨਹੈਰੈਂਟਲੀ ਇੱਥੇ ਰਹਿੰਦੇ ਨੇ, ਉਸ ਇੰਨੇ ਹਜ਼ਾਰਾਂ ਤੋਂ ਰਹਿਣ ਦੇ ਨਾਲ ਨਾਲ ਇਹਨਾਂ ਦੀ ਰਾਈਟਸ ਹੈਗੀ ਹੈ। ਬਹੁਤ ਵੱਡਾ ਟੌਪਿਕ ਆ, ਫਿਰ ਕਿਸੇ ਦਿਨ ਆਪਾਂ ਗੱਲ ਕਰਾਂਗੇ। ਫਿਰ ਕੀ ਹੋਇਆ ਕਿ ਸਭ ਤੋਂ ਜ਼ਿਆਦਾ ਜਿਹੜੀ ਲਾਈਟ ਆਈ ਨਾ ਉਹ 1991 ਦੇ ਵਿੱਚ ਆਈ। ਇੱਕ ਓਕਾ ਕ੍ਰਾਈਸਿਸ ਹੋਏ ਸੀਗੇ ਕਬੈਕ ਦੇ ਵਿੱਚ। ਓਕਾ ਜਿਹੜੇ ਉੱਥੇ ਲੋਕ ਮੋਹਾਕ ਲੋਕ ਨੇ ਇੰਡੀਜਨਸ, ਉਹਨਾਂ ਦੀ ਲੈਂਡ ਦੇ ਉੱਤੇ ਓਕਾ ਦੀ ਮਿਊਨਿਸਪਲ ਗਵਰਨਮੈਂਟ ਨੇ ਕਹਿਦਾ ਗੋਲਫ ਕੋਰਸ ਬਣ ਜੂ। ਮੋਹਾਕਸ ਨੇ ਉੱਥੇ ਸਟੈਂਡ ਲਿਆ। ਮੋਹਾਕਸ ਆਈ ਥਿੰਕ 80 ਦਿਨ ਬੈਰੀਕੇਡ ਬੰਦ ਰਹੇ, ਪੁਲਿਸ ਨੇ ਗੰਨਾਂ ਚਲਾਈਆਂ, ਪੁਲਿਸ ਨੇ ਬਹੁਤ ਕੁਛ ਕੀਤਾ, ਉਹ ਨਹੀਂ ਹਿੱਲੇ। ਉਸ ਤੋਂ ਬਾਅਦ ਇੱਕ ਮੀਚ ਲੇਕ ਅਕੋਰਡ ਸੀਗਾ ਜਿਹੜਾ ਬ੍ਰਾਇਨ ਮਲਰੂਨੀ ਨੇ 87 ਸ਼ੁਰੂ ਕੀਤਾ ਹੀ। ਉਹਦੇ ਵਿੱਚ ਇਹਨਾਂ ਨੂੰ ਜ਼ਿਆਦਾ ਰਾਈਟਸ ਦੇਣ ਦੀ ਗੱਲ ਕੀਤੀ ਗਈ, ਪਰ ਇਹਨਾਂ ਨਾਲ ਕੰਸਲਟੇਸ਼ਨ ਹੀ ਨਹੀਂ ਕੀਤੀ ਗਈ। ਇਹਨਾਂ ਦੇ ਦੇਸ਼ ਦੀ ਗੱਲ ਹੋ ਰਹੀ ਆ, ਇਹਨਾਂ ਨੂੰ ਪੁੱਛਿਆ ਨਹੀਂ ਗਿਆ। ਮੀਚ ਲੇਕ ਅਕੋਰਡ ਕੁਬੈਕ ਨੂੰ ਵੀ ਕਿਹਾ ਗਿਆ ਸੀ ਵੀ ਤੁਸੀਂ ਵੀ ਇਹਦੇ ਵਿੱਚ ਤੁਹਾਨੂੰ ਰਾਈਟਸ ਜ਼ਿਆਦਾ ਦੇਵਾਂਗੇ, ਪਰ ਉਹਦੀ ਇੱਕੋ ਹੀ ਰਿਕਮੈਂਡੇਸ਼ਨ 10 ਪ੍ਰੋਵਿੰਸ ਦੇ ਵਿੱਚ ਯੂਨੈਨਿਮਸਲੀ ਅਪਰੂਵ ਹੋਏ। ਸਾਰਿਆਂ 'ਚ ਹੋ ਗਿਆ। ਵਿਨੀਪੈਗ ਜਦੋਂ ਮੈਨੀਟੋਬਾ 'ਚ ਆਏ, ਅਲੀਜ਼ਾ ਹਾਰਪਰ ਉਦੋਂ ਦੀ ਲੈਜਿਸਲੇਚਰ ਦੇ ਵਿੱਚ ਬੈਠਾ ਸੀ, ਇੱਕੋ ਇੱਕ ਇੰਡੀਜਨਸ ਬੰਦਾ, ਉਹਨੇ ਇੱਕ ਫੈਦਰ ਚੁੱਕਿਆ ਜੀ ਤੇ ਉਹ ਫੈਦਰ ਦੇ ਵਿੱਚ ਉਹਨੇ ਕਿਹਾ ਕਿ ਮੈਂ ਇਹਨੂੰ ਅਪੋਜ਼ ਕਰਦਾ। ਇੱਕ ਫੈਦਰ ਨੇ ਮੀਚ ਲੇਕ ਅਕੋਰਡ ਖਤਮ ਕਰਤਾ। ਉਸ ਤੋਂ ਬਾਅਦ ਮਲਰੂਨੀ ਹੁਣਾਂ ਨੇ ਇੱਕ ਰਾਇਲ ਕਮਿਸ਼ਨ ਬਿਠਾਇਆ ਇੰਡੀਜਨਸ ਲੋਕਾਂ ਦੇ ਵਿੱਚ ਉੱਤੇ ਕਿ ਕੀ ਪ੍ਰੋਬਲਮਸ ਆ, ਕੀ ਦੇਖਣਾ ਪੈਣਾ, ਵਾਟ ਆਰ ਵੀ ਮਿਸਿੰਗ, ਵਾਟ ਇਜ਼ ਦ ਰਿਲੇਸ਼ਨਸ਼ਿਪ, ਕਿ ਇਹਨਾਂ ਦੀ ਆਪਣੀ ਗਵਰਨਮੈਂਟ ਹੋਣੀ ਚਾਹੀਦੀ ਆ। ਜਿੱਦਾਂ ਆਪਾਂ ਟਵਾਸਨ ਦੀ ਗੱਲ ਕਰ ਲਈਏ, ਟਵਾਸਨ ਬਹੁਤ ਬੂਮਿੰਗ ਫਰਸਟ ਨੇਸ਼ਨ ਹੈਗਾ BC 'ਚ, ਉਹਨਾਂ ਕੋਲ ਆਪਣੀ ਸੈਲਫ ਗਵਰਨਮੈਂਟ ਹੈਗੀ। ਸੋ 96 ਦੇ ਵਿੱਚ ਰਾਇਲ ਜਿਹੜਾ ਕਮਿਸ਼ਨ ਸੀ ਉਹਨੇ ਆਪਣੀ ਰਿਪੋਰਟ ਦਿੱਤੀ। ਉਦੋਂ ਪਹਿਲੀ ਵਾਰ ਰੀਕਨਸੀਲੀਏਸ਼ਨ ਦੀ ਗੱਲ ਹੋਈ ਕਿ ਵੀ ਨੀਡ ਟੂ ਰੀਕਨਸਾਈਲ ਵਿਦ ਦੈਮ। ਹੁਣ ਜੋਡੀ ਵਿਲਸਨ ਰਬੋ ਜਿਹੜੇ ਪਹਿਲਾਂ ਮਿਨਿਸਟਰ ਹੁੰਦੇ ਸੀਗੇ, ਉਹਨਾਂ ਨੇ ਇੱਕ ਬੁੱਕ ਲਿਖੀ ਆ ਫਰੋਮ ਵੇਅਰ ਆਈ ਸਿਟ ਔਰ ਸਮਥਿੰਗ। ਉਹਨਾਂ ਨੇ ਉਹਦੇ ਵਿੱਚ ਬੜੀ ਤਕੜੀ ਆਰਗੂਮੈਂਟ ਕੀਤੀ ਆ। ਉਹ ਕਹਿੰਦੇ ਕਿ ਇੰਡੀਅਨ ਐਕਟ ਮੋਸਟ ਰੇਸਿਸਟ ਐਕਟ ਆ, ਪਰ ਇਹ ਚੈਲੰਜ ਉਹਨਾਂ ਨੇ ਆਪਣੇ ਇੰਡੀਜਨਸ ਭਾਈਚਾਰੇ ਨੂੰ ਵੀ ਥਰੋ ਕੀਤਾ ਕਿ ਕੀ ਸਾਡੇ 'ਚ ਵੀ ਹਿੰਮਤ ਹੈਗੀ ਆ ਕਿ ਅਸੀਂ ਇੰਡੀਅਨ ਐਕਟ ਤੋਂ ਬਿਨਾਂ ਰਹਿ ਸਕਦੇ ਹਾਂ, ਕਿ ਅਸੀਂ ਇੰਨੇ ਹੀ ਇੰਡੀਅਨ ਐਕਟ 'ਤੇ ਰਿਲਾਈ ਕਰਨ ਲੱਗ ਗਏ ਹਾਂ ਕਿ ਅਸੀਂ ਡਰਦੇ ਹਾਂ ਵੀ ਜੇ ਇੰਡੀਅਨ ਐਕਟ ਚਲਿਆ ਗਿਆ ਜਿਹੜੀਆਂ ਸਾਡੀਆਂ ਰਾਈਟਸ ਆ ਉਹ ਵੀ ਖਤਮ ਹੋ ਜਾਣਗੀਆਂ। ਸੋ ਹੁਣ ਉਹ ਵੀ ਗੱਲ ਹੋਣੀ ਸ਼ੁਰੂ ਹੋ ਗਈ। ਯੂਨਾਈਟਿਡ ਨੇਸ਼ਨ ਡੈਕਲੇਰੇਸ਼ਨ ਔਨ ਰਾਈਟਸ ਆਫ ਇੰਡੀਜਨਸ ਪੀਪਲ, ਉਹਦੀ ਗੱਲ ਹੋ ਰਹੀ ਹੈ ਕਿ ਕੈਨੇਡਾ ਉਹਨੂੰ ਰੈਟੀਫਾਈ ਕਰੇ ਤੇ ਅਡਾਪਟ ਕਰੇ। ਸੋ ਹੌਲੀ ਹੌਲੀ ਚੇਂਜਸ ਆ ਰਹੀਆਂ, ਪਰ ਜਿੱਦਾਂ ਇਹ ਜਰਨੀ ਆ, ਅੱਜ ਜੋ ਕੰਮ ਹੋ ਰਿਹਾ ਸ਼ਾਇਦ 7 ਜਨਰੇਸ਼ਨ ਬਾਅਦ ਫਿਨਿਸ਼ ਹੋਵੇ, ਪਰ ਇਹਦੇ ਵਿੱਚ ਆਪਾਂ ਨੂੰ ਭਾਈਵਾਲ ਬਣਨਾ ਪੈਣਾ, ਆਪਾਂ ਨੂੰ ਇਹਨਾਂ ਦੇ ਨਾਲ ਖੜਨਾ ਪੈਣਾ, ਇਹਨਾਂ ਦਾ ਸਿੱਖੀਏ। ਮੈਂ ਚੈਲੰਜ ਥਰੋ ਕਰਦਾ ਸੁਣਨ ਵਾਲਿਆਂ ਨੂੰ, ਮੈਨੂੰ ਨਹੀਂ ਲੱਗਦਾ ਕੋਈ ਗਿਆ ਹੋ ਬਲੈਕਫੁੱਟ ਕ੍ਰਾਸਿੰਗ ਕਿੱਥੇ ਹੈ। ਮੈਨੂੰ ਲੱਗਦਾ ਕਿਸੇ ਨੂੰ ਸ਼ਾਇਦ ਪਤਾ ਵੀ ਨਾ ਹੋਵੇ। ਬਲੈਕਫੁੱਟ ਕ੍ਰਾਸਿੰਗ ਇੱਥੋਂ 1.5 ਘੰਟੇ ਦਾ ਰਾਹ ਵਾ, ਜਿੱਥੇ ਟ੍ਰੀਟੀ 7, ਅਸੀਂ ਸਾਰੇ ਟ੍ਰੀਟੀ 7 ਲੋਕ ਆ। ਅਸੀਂ ਵੀ ਟ੍ਰੀਟੀ 7 ਉੱਥੇ ਟ੍ਰੀਟੀ 7 ਸਾਈਨ ਹੋਈ ਸੀ, ਜਿੱਥੇ ਕੈਲਗਰੀ ਆ ਸਾਰਾ ਏਰੀਆ ਜਿਹੜਾ ਜਿਹਨੂੰ ਟ੍ਰੀਟੀਜ਼ ਵੀ ਇੱਕ ਕੰਟਰੋਵਰਸ਼ੀਅਲ ਆ, ਕਿਉਂਕਿ ਫਰਸਟ ਨੇਸ਼ਨਸ ਕਹਿੰਦੇ ਸੀ ਵੀ ਟ੍ਰੀਟੀ ਜਿਹੜੀ ਆ ਉਹ ਇੱਕ ਟ੍ਰੀਟੀ ਇਹ ਨਹੀਂ ਵੀ ਅਸੀਂ ਆਪਣੀ ਜ਼ਮੀਨ ਇਹਨਾਂ ਨੂੰ ਦੇ ਦੀ, ਅਸੀਂ ਇਹਨਾਂ ਨੂੰ ਅਲਾਓ ਕਰ ਰਹੇ ਹਾਂ ਕਿ ਸਾਡੇ ਨਾਲ ਸ਼ੇਅਰ ਕਰਨਾ। ਚਾਹੇ ਚੀਫ ਕਰੋਫੋਰਟ ਨੇ ਜਦੋਂ ਟ੍ਰੀਟੀ ਸਾਈਨ ਕੀਤੀ, ਉਹਨੇ ਪੈਨ ਜਿਹੜਾ ਪਿਆ ਸੀ ਉਹਨੂੰ ਹੱਥ ਨਹੀਂ ਲਾਇਆ। ਤੇ ਫਰਸਟ ਨੇਸ਼ਨਸ ਲੋਕਾਂ ਦੇ ਵਿੱਚ ਇਹ ਆ ਕਿ ਜੇ ਤੁਸੀਂ ਪੈਨ ਨੂੰ ਨਹੀਂ ਹੱਥ ਲਾਇਆ ਤਾਂ ਤੁਸੀਂ ਆਪਣੀ ਕੰਸੈਂਟ ਨਹੀਂ ਦਿੱਤੀ ਕਿ ਅਸੀਂ ਤਾਂ ਟ੍ਰੀਟੀ ਸਾਈਨ ਨਹੀਂ ਕੀਤੀ, ਐਗਰੀਮੈਂਟ। ਪਰ ਉਸ ਤੋਂ ਸਕੂਲ ਉਹ ਮੰਗਦੇ ਸੀਗੇ ਜੀ, ਪਰ ਉਹ ਰੈਜ਼ੀਡੈਂਸ਼ੀਅਲ ਸਕੂਲ ਨਹੀਂ ਮੰਗਦੇ ਸੀ। ਉਹ ਕਹਿੰਦੇ ਸੀ ਸਾਡੇ ਰਿਜ਼ਰਵਸ ਦੇ ਸਕੂਲ ਬਣਾਓ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵਾ, ਰਾਈਟ। ਸੋ ਇੱਕ ਬਹੁਤ ਸਿਸਟੈਮਿਕ 1920 ਦੇ ਵਿੱਚ ਸਾਡੇ ਡਿਪਟੀ ਮਿਨਿਸਟਰ ਸੀਗੇ ਇੰਡੀਅਨ ਅਫੇਅਰਸ, ਉਹਨਾਂ ਨੇ ਕਿਹਾ ਸੀਗਾ ਕਿ 20 ਦੇ ਵਿੱਚ ਇਹਨਾਂ ਨੇ ਇੰਡੀਅਨ ਐਕਟ 'ਚ ਇੱਕ ਅਮੈਂਡਮੈਂਟ ਕੀਤੀ ਸੀ। ਅੱਜ ਆਪਾਂ ਅਮੈਂਡਮੈਂਟ ਕਰ ਦਾਂਗੇ, ਮੈਂ ਗਰੰਟੀ ਦਿੰਦਾ 100 ਸਾਲ ਬਾਅਦ ਇੰਡੀਅਨ ਪ੍ਰੋਬਲਮ ਬਿਲਕੁਲ ਖਤਮ, ਇੰਡੀਅਨਸ ਵਿਲ ਬੀ ਫਿਨਿਸ਼ਡ, ਰਾਈਟ। ਸੋ ਇਹ ਹਜੇ ਬਹੁਤ ਵੱਡੀ ਹਿਸਟਰੀ ਹੈਗੀ ਹੈ ਜੀ ਇਹਦੀ। ਮਤਲਬ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ TRC ਦੀ ਵੈਬਸਾਈਟ ਹੈਗੀ, ਉਹਦੇ 'ਤੇ ਸਾਰਾ ਮਟੀਰੀਅਲ ਪਿਆ, ਉਹਨੂੰ ਪੜ੍ਹੋ। ਮੈਂ ਅੱਗੇ ਵੀ ਇੱਥੇ ਕਹਿ ਕੇ ਗਿਆ ਸੀ, ਉਸ ਤੋਂ ਬਾਅਦ 1-2 ਮੈਨੂੰ ਗਰੁੱਪਸ ਨੇ ਕੰਟੈਕਟ ਵੀ ਕੀਤਾ ਸੀ ਵੀ ਅਸੀਂ ਇਹਨੂੰ ਟਰਾਂਸਲੇਟ ਪੰਜਾਬੀ 'ਚ ਕਰਨਾ ਚਾਹੁੰਦੇ ਹਾਂ ਕਿਉਂਕਿ ਨਹੀਂ ਹੋਇਆ ਹਜੇ ਤੱਕ। ਟਰੂਥ ਐਂਡ ਰੀਕਨਸੀਲੀਏਸ਼ਨ ਦਾ ਬਹੁਤ ਸਾਰਾ ਅਜਿਹਾ ਕੰਟੈਂਟ ਹੈ ਜਿਹੜਾ ਆਨਲਾਈਨ ਵੀ ਮਿਲ ਜਾਂਦਾ ਹੈ। ਬਿਲਕੁਲ ਸਾਰਾ ਹੀ ਆਨਲਾਈਨ ਪਿਆ ਜੀ, ਤੇ ਸਰਵਾਈਵਰ ਸਟੋਰੀਜ਼ ਉੱਥੇ ਪਈਆਂ ਨੇ। ਤੁਸੀਂ ਜਦੋਂ ਟਰੂਥ ਐਂਡ ਰੀਕਨਸੀਲੀਏਸ਼ਨ 2006 ਦੇ ਵਿੱਚ ਸੈਟਲਮੈਂਟ ਹੋਇਆ ਸੀ, 2007 ਦੇ ਵਿੱਚ ਜਿੱਦਾਂ ਮਰਲਿਨ ਨੇ ਕਿਹਾ, 2007 ਦੇ ਵਿੱਚ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਿਠਾਇਆ ਗਿਆ ਸੀ, ਜਿਹਨੇ 2015 ਦੇ ਵਿੱਚ ਰਿਪੋਰਟ ਦਿੱਤੀ ਸੀ ਆਪਣੀ। ਤੇ 2009 ਤੋਂ ਲੈ ਕੇ ਆਈ ਬਲੀਵ 2014 ਤੱਕ ਜਿਹੜਾ ਕਮਿਸ਼ਨ ਸੀ, ਉਹਨੇ ਜਿਹੜੇ ਸਰਵਾਈਵਰ ਸੀ
ਉਹਨਾਂ ਤੋਂ ਕਹਾਣੀਆਂ ਸੁਣੀਆਂ। 6525 ਸਰਵਾਈਵਰਸ, 178 ਸੈਸ਼ਨ ਦੇ ਵਿੱਚ ਉਹਨਾਂ ਨੇ ਕਹਾਣੀਆਂ ਸੁਣਾਈਆਂ, ਰੋਣ ਵਾਲੀਆਂ ਕਹਾਣੀਆਂ ਕਿ ਕੀ ਹੋਇਆ, ਕਿਸ ਤਰ੍ਹਾਂ ਹੋਇਆ। ਮੇਰੇ ਫਰਸਟ ਨੇਸ਼ਨ ਦੇ ਬੱਚਿਆਂ ਨੂੰ ਬਾਪ ਕਹਿੰਦਾ ਤੈਨੂੰ ਜਾਣਾ ਪੈਣਾ, ਉਹ ਕਹਿੰਦਾ ਮੈਂ ਜਾਣਾ ਨਹੀਂ, ਉਹ ਕਹਿੰਦਾ ਪੁੱਤ ਮੈਨੂੰ ਬੇਟਾ ਮੈਨੂੰ ਪਤਾ ਨਹੀਂ, ਤੂੰ ਮੇਰੇ 12 ਬੱਚੇ ਆ, ਜੇ ਮੈਨੂੰ ਸਰਕਾਰ ਨੇ ਮੇਰਾ ਰਾਸ਼ਨ ਬੰਦ ਕਰਦਾ ਮੈਂ ਪਾਲ ਨਹੀਂ ਸਕੂੰਗਾ। ਦੂਜੇ ਦਿਨ 8 ਬੱਚੇ ਉਹਦੇ ਰੈਜ਼ੀਡੈਂਸ਼ੀਅਲ ਸਕੂਲ ਵਾਪਸ ਭੇਜ ਦਿੱਤੇ ਗਏ। ਮੈਂ ਪਹਿਲਾਂ ਵੀ ਦੱਸਿਆ ਉਹਨਾਂ ਦੇ ਫਰਸਟ ਨੇਸ਼ਨ ਦੇ ਲੰਬੇ ਬਾਲ ਹੁੰਦੇ ਆ ਜਿੱਦਾਂ ਆਪਣੇ ਨੇ, ਹਾਂਜੀ, ਉਹਦਾ ਇੱਕ ਸਿਗਨੀਫੀਕੈਂਸ ਆ। ਨੋਰਮਲੀ ਉਹ ਉਦੋਂ ਕਟਾਉਂਦੇ ਜਦ ਉਹਨਾਂ ਦਾ ਕੋਈ ਬਹੁਤ ਨੇੜਲਾ ਜਿਹਦੇ ਨਾਲ ਸਪਿਰਿਚੁਅਲ ਕਨੈਕਸ਼ਨ ਉਹ ਮਰ ਜੇ, ਮਾਂ ਵੀ, ਭੈਣ ਵੀ, ਭਰਾ ਕੁਛ ਵੀ ਹੋ ਸਕਦਾ। ਬੱਚਿਆਂ ਨੂੰ ਪਹਿਲੀ ਗੱਲ ਇਹ ਕੀਤੀ ਜਾਂਦੀ ਜਦੋਂ ਵੜਦੇ ਸੀ ਉਹਨਾਂ ਦੇ ਬਾਲ ਕੱਟ ਕੇ ਉਹਨਾਂ ਦੇ ਸਾਹਮਣੇ ਗਾਰਬੇਜ ਵਿੱਚ ਸੁੱਟ ਦਿੱਤੇ ਜਾਂਦੇ। ਇਮੈਜਿਨ ਕਰੋ ਸਾਡੇ ਬਾਲ ਕੋਈ ਕੱਟ ਕੇ, ਇਮੈਜਿਨ ਕਰੋ ਅਸੀਂ ਕੈਨੇਡਾ ਆਉਂਦੇ ਤੇ ਉਹਨਾਂ ਪਹਿਲੀ ਕੰਡੀਸ਼ਨ ਜੀ ਬਾਲ ਕਟਾਉਣੇ ਆ ਤੇ ਗਾਰਬੇਜ ਸੁੱਟੇ ਜਾਂਦੇ ਸਾਡੇ ਸਾਹਮਣੇ, ਠੀਕ ਆ। ਫਿਰ ਉਹਨਾਂ ਦਾ ਨਾਮ ਬਦਲ ਦਿੱਤਾ ਜਾਂਦਾ ਸੀ, ਉਹਨਾਂ ਨੂੰ ਨੰਬਰ ਦਿੱਤਾ ਜਾਂਦਾ ਸੀ। ਇੱਕ ਬੱਚੇ ਨੂੰ ਕਿਹਾ ਆਪਦਾ ਨਾਂ ਲਿਖ ਇੰਗਲਿਸ਼ 'ਚ, ਉਹ ਬੱਚੇ ਨੂੰ ਉਹਦਾ ਪੁਸ਼ਤੈਨੀ ਨਾਮ ਜਿਹੜਾ ਮਾਂ ਬਾਪ ਨੇ ਦਿੱਤਾ ਸੀ ਉਹ ਨਾਮ ਲੈ ਰਿਹਾ, ਉਹਦੇ ਜਿਹੜੀ ਬੈਲਟ ਆ ਬੈਲਟ ਨਾਲ ਉਹਨੂੰ ਕੁੱਟਿਆ ਗਿਆ। ਫਿਰ ਉਹਨੂੰ ਕਿਹਾ ਫਿਰ ਨਾਂ ਲੈ, ਫਿਰ ਉਹਨੇ ਲਿਆ, ਉਹਨੂੰ ਫਿਰ ਕੁੱਟਿਆ ਗਿਆ। ਸਾਰਾ ਦਿਨ ਉਹ ਕੁੱਟ ਖਾਂਦਾ ਰਿਹਾ। ਐਂਡ 'ਚ ਉਹਨੂੰ ਕਿਹਾ ਅੱਜ ਤੋਂ ਬਾਅਦ ਤੇਰਾ ਨੰਬਰ ਆ ਤੇ ਆਹ ਤੇਰਾ ਨਵਾਂ ਗੋਰਿਆਂ ਵਾਲਾ ਨਾਮ ਆ। ਇੱਕ ਆਈਡੈਂਟੀਟੀ ਖਤਮ ਕਰਨ, ਇੱਕ ਵੈਲ ਕੋਆਰਡੀਨੇਟਡ ਪਲਾਨ ਸੀ ਕਿ ਇਹਨਾਂ ਦੀ ਆਈਡੈਂਟੀਟੀ ਖਤਮ ਕੀਤੀ ਜਾਵੇ, ਇਹਨਾਂ ਦੀ ਲੈਂਗੁਏਜ, ਇਹਨਾਂ ਦਾ ਕਲਚਰ, ਇਹਨਾਂ ਦਾ ਪੋਟਲਕ ਹੁੰਦਾ ਸੀ ਉਹ ਬੈਨ ਕਰ ਦਿੱਤਾ ਗਿਆ। ਪੋਟਲਕ ਉਦੋਂ ਹੁੰਦਾ ਸੀ ਜਦੋਂ ਇਹਨਾਂ ਦਾ ਬਹੁਤ ਕੋਈ ਵੱਡਾ ਇਵੈਂਟ ਹੁੰਦਾ ਸੀ, ਵਿਆਹ ਹੁੰਦਾ ਸੀ ਜਾਂ ਇਹਨਾਂ ਦੀ ਲੀਡਰਸ਼ਿਪ ਚੇਂਜ ਹੁੰਦੀ ਸੀ, ਉਹ ਬੈਨ ਕਰ ਦਿੱਤੇ ਗਏ। ਸੋ RCMP ਨੇ ਰੋਲ ਪਲੇ ਕੀਤਾ। ਸੋ ਇਹ ਬਹੁਤ ਇੱਕ ਸਿਸਟੈਮਿਕ ਵੇ ਸੀਗੀ। ਇਹਦੀ ਕਹਾਣੀ ਬਹੁਤ ਲੰਬੀ ਆ। ਚਾਹੇ ਲੈਂਜਵਨ ਸੀ ਸਾਡੇ ਮਿਨਿਸਟਰ, ਚਾਹੇ ਹੈਕਟਰ ਸੀ, ਇਹ ਸਭ ਨੇ ਰੋਲ ਪਲੇ ਕੀਤੇ। ਹੁਣ ਆਪਾਂ ਨਾਮ ਜਿੰਨੇ ਮਰਜ਼ੀ ਬਦਲੀ ਚੱਲੀਏ, ਸਟੈਚੂ ਢਾਈ ਚੱਲੀਏ, ਪਰ ਉਦੋਂ ਤੱਕ ਅਸੀਂ ਇਹਨਾਂ ਨਾਲ ਨਹੀਂ, ਅਸੀਂ ਸੀਰੀਅਸਲੀ ਇਹਨਾਂ ਨਾਲ ਨਹੀਂ ਖੜਾਂਗੇ ਜਦ ਤੱਕ ਅਸੀਂ ਐਕਚੁਅਲੀ ਇਹਨਾਂ ਨਾਲ ਖੜਦੇ ਨਹੀਂ। Okay, so now is the time, September 30th, Orange Shirt Day, ਹਾਂਜੀ, National Day for Truth and Reconciliation, ਅਸੀਂ ਵੀ ਸਾਰੇ ਹਿੱਸੇਦਾਰ ਬਣੀਏ। ਬਿਲਕੁਲ ਜੀ, ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ, ਪਹਿਲੀ ਗੱਲ ਤਾਂ ਕਿ ਤੁਸੀਂ ਉਸ ਦਿਨ ਜੇ ਆ ਸਕਦੇ ਹੋ ਫੋਰਟ ਕੈਲਗਰੀ ਆਵੋ, ਉੱਥੇ ਬਹੁਤ ਵੱਡਾ ਇਵੈਂਟ ਹੁੰਦਾ ਵਾ, ਸਾਰੀ ਸਿਟੀ ਉੱਥੇ ਆਉਂਦੀ ਆ, ਭਾਈਚਾਰੇ ਦੇ ਨਾਲ ਖੜੋ। ਜੇ ਨਹੀਂ ਆ ਸਕਦੇ ਤੁਸੀਂ ਉਸ ਦਿਨ ਕੋਸ਼ਿਸ਼ ਇਹ ਕਰੋ ਕਿ ਆਪ ਕੁਝ ਔਰੇਂਜ ਪਾਵੋ, ਬੱਚਿਆਂ ਨੂੰ ਪਾਵੋ, ਬੱਚਿਆਂ ਨੂੰ ਦੱਸੋ ਔਰੇਂਜ ਪੱਗ ਵੀ ਬੰਨ੍ਹ ਸਕਦੇ ਹੋ, ਔਰੇਂਜ ਚੁੰਨੀ ਵੀ ਲੈ ਸਕਦੇ ਹੋ, ਕੁਛ ਨਾ ਕੁਛ ਕਰੋ ਤਾਂ ਜੋ ਅਸੀਂ ਉਹਨਾਂ ਨੂੰ ਦਿਖਾ ਸਕੀਏ ਕਿ ਅਸੀਂ ਤੁਹਾਡੇ ਨਾਲ ਹਾਂ। ਉਹਨਾਂ ਨੇ ਸਾਨੂੰ ਅਲਾਓ ਕੀਤਾ ਕਿ ਅਸੀਂ ਉਹਨਾਂ ਦੀ ਲੈਂਡ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ। That's right. ਬਹੁਤ ਸੋਹਣੀ ਜਾਣਕਾਰੀ ਜਿਹੜੀ ਹੈ, ਆਈ ਓਪਨਰ ਇਨਫੈਕਟ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਲਿਸਨਰਸ ਵਾਸਤੇ ਤੁਸੀਂ ਸ਼ੇਅਰ ਕੀਤੀ ਹੈ, ਜਿਹਦੇ ਬਾਰੇ ਸਾਨੂੰ ਪਤਾ ਹੋਣਾ ਜ਼ਰੂਰੀ ਹੈ। ਨਹੀਂ ਜੀ, ਹਜੇ ਤਾਂ ਬਹੁਤ ਇਨਫੋਰਮੇਸ਼ਨ ਬਹੁਤ ਹੈਗੀ ਆ। ਅਤੇ ਮੈਂ ਇਹੀ ਸਾਰਿਆਂ ਨੂੰ, ਹੁਣ ਅਸੀਂ ਕੈਲਗਰੀ ਦੇ ਵਿੱਚ ਰਹਿੰਦੇ ਹਾਂ ਅਤੇ ਸਾਡੀ 44% ਪਾਪੂਲੇਸ਼ਨ ਵਿਜ਼ੀਬਲ ਮਿਨੋਰਿਟੀ ਆ, 44%, ਜਿਹਦੇ 'ਚ 3% ਇੰਡੀਜਨਸ ਪਾਪੂਲੇਸ਼ਨ ਆ। ਅਤੇ ਇਸ ਕਰਕੇ ਸਾਨੂੰ ਇੱਕ ਦੂਜੇ ਦੇ ਨਾਲ ਸੋਲੀਡੈਰਿਟੀ ਦੇ ਵਿੱਚ ਖੜਨਾ ਚਾਹੀਦਾ। ਪਰ ਇੰਡੀਜਨਸ ਜਿਹੜੇ ਸਾਡਾ ਭਾਈਚਾਰਾ ਵਾ, ਜੋ ਇਹਨਾਂ ਨਾਲ ਅਤਿਆਚਾਰ ਹੋਇਆ ਵਾ, ਅਸੀਂ ਜੇ ਅਸੀਂ ਇਹ ਕਹਿੰਦੇ ਹਾਂ ਅਸੀਂ ਅੱਜ ਰੋਲ ਨਹੀਂ ਪਲੇ ਕੀਤਾ, ਕਮ ਸੇ ਕਮ ਇਹਨਾਂ ਦੀ ਜਰਨੀ ਟੂ ਰੀਕਨਸੀਲੀਏਸ਼ਨ, ਜਰਨੀ ਟੂ ਨੋਰਮਲਸੀ ਦੇ ਵਿੱਚ ਅਸੀਂ ਰੋਲ ਪਲੇ ਕਰ ਸਕਦੇ ਹਾਂ। ਸੋ ਸਾਰਿਆਂ ਨੂੰ ਬਸ ਇਹੀ ਬੇਨਤੀ ਹੈਗੀ ਆ, ਟਾਈਮ ਲਿਓ ਸੈਟਰਡੇ ਨੂੰ, ਅਤੇ ਚਾਹੇ 10 ਮਿੰਟ ਹੀ ਲਵੋ, ਰਿਫਲੈਕਟ ਕਿ ਅਸੀਂ ਇੱਥੇ ਜੇ ਇਹਨਾਂ ਦੀ ਧਰਤੀ 'ਤੇ ਬੈਠੇ ਹਾਂ ਤਾਂ ਉਹ ਕਹਿੰਦੇ ਹੁੰਦੇ ਆ ਕਿ ਇੱਕ ਜਿਹੜੀ ਹੁੰਦੀ ਹੈ ਨਾ ਜਨਰੇਸ਼ਨ ਸਫਰ ਕਰਦੀ ਆ ਦੂਜੇ ਨੂੰ ਬੈਨੀਫਿਟ ਦੇਣ ਲਈ। ਇੱਥੇ ਤਾਂ ਇਹਨਾਂ ਦੀਆਂ ਕਿੰਨੀਆਂ ਜਨਰੇਸ਼ਨਸ ਨੇ ਸਫਰ ਕੀਤਾ ਸਾਨੂੰ ਬੈਨੀਫਿਟ ਦੇਣ ਲਈ। ਸਹੀ, ਠੀਕ ਹੈ ਨਾ ਜੀ। ਸੋ ਧੰਨਵਾਦ, ਤੁਸੀਂ ਟਾਈਮ ਦਿੱਤਾ, ਕਿਉਂਕਿ ਇਟਸ ਵੈਰੀ ਐਜੂਕੇਸ਼ਨਲ ਕਿ ਸਾਡੇ ਸਾਰੀ ਕਮਿਊਨਿਟੀ ਨੂੰ, ਖਾਸ ਕਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਐਥਨਿਕ ਕਮਿਊਨਿਟੀ ਨੂੰ ਜਾਣਨ ਦੀ ਲੋੜ ਆ ਜੀ। ਬਹੁਤ ਮਿਹਰਬਾਨੀ ਰਾਜ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਫॉर ਹੈਵਿੰਗ ਮੀ। ਅਤੇ ਸਾਰੇ ਸੁਣਨ ਵਾਲਿਆਂ ਨੂੰ ਸਟੇ ਸੇਫ, ਅਤੇ ਸੈਟਰਡੇ ਨੂੰ ਹੋਪਫੁਲੀ ਤੁਹਾਨੂੰ ਦੇਖਾਂਗੇ ਉੱਥੇ ਫੋਰਟ ਕੈਲਗਰੀ। ਧੰਨਵਾਦ।